ਹਾਲੇਲੂਇਆ ਹਾਲੇਲੂਇਆ। ਆਪਣਾ ਰਿਵਾਈਵਲ ਪੰਜਾਬੀ ਚਰਚ ਜਿਹੜਾ ਹੈਗਾ ਆ, ਆਪਾਂ ਦੁਆ ਕਰਦੇ ਆ ਕਿ ਇਹਦੇ ਵਿੱਚ ਰਿਵਾਈਵਲ ਆਵੇ। ਰਿਵਾਈਵਲ ਆਹੀ ਨਹੀਂਗਾ, ਰਿਵਾਈਵਲ ਅੰਦਰੋਂ ਉੱਠੇ ਆਏ ਨਹੀਂਗਾ ਵੀ ਹਾਂ ਵੀ ਥਾਊਜ਼ੈਂਡਸ ਪੀਪਲ। ਜਦੋਂ ਪਾਸਟਰ ਜੀ ਨਹੀਂ ਕਹਿੰਦੇ ਹੁੰਦੇ, ਜਦੋਂ ਕਿਸੇ ਥਾਂ ਤੇ ਅੱਗ ਲੱਗੀ ਆ, ਜਿੱਦਾਂ ਕਹਿ ਲਓ ਆਪਾਂ ਰੂਹਾਨੀ ਅੱਗ ਦੀ ਗੱਲ ਕਰਦੇ ਆ, ਜੇ ਇੱਥੇ ਅੱਗ ਲੱਗੀ ਆ, ਫਿਜ਼ੀਕਲ ਅੱਗ ਜੇ ਲੱਗੀ ਆ ਇੱਥੇ, ਜਦੋਂ ਲਾਟਾਂ ਉੱਪਰ ਤੱਕ ਨਿਕਲਣਗੀਆਂ, ਦੂਰੋਂ ਲੋਕਾਂ ਨੂੰ ਪਤਾ ਲੱਗੂਗਾ ਉਹ ਫਲਾਨੀ ਥਾਂ ਤੇ ਅੱਗ ਲੱਗੀ ਆ। ਆਮੇਨ। ਸੋ ਉਦਾਂ ਹੀ ਜੋ ਰੂਹਾਨੀ ਤੌਰ ਤੇ ਜਦੋਂ ਆਪਾਂ ਨੂੰ ਅੱਗ ਲੱਗੀ ਹੋਊਗੀ, ਆਪਾਂ ਨੂੰ ਕਿਸੇ ਨੂੰ ਕਹਿਣਾ ਨਹੀਂ ਪਊਗਾ, ਦੂਰ ਤੋਂ ਲੋਕਾਂ ਨੂੰ ਪਤਾ ਲੱਗੂਗਾ ਵੀ ਫਲਾਨਿਆ ਤੇਰੇ ਅੰਦਰ ਅੱਗ ਲੱਗੀ ਪਈ ਆ। ਤੁਸੀਂ ਕਹੋਗੇ ਵੀ ਮੈਂ ਫਲਾਨੇ ਚਰਚ ਜਾਣਾ, ਉੱਥੇ ਮੇਰੇ ਨਾਲ ਬਹੁਤ ਪਰਮੇਸ਼ਰ ਮੈਨੂੰ ਯੂਜ਼ ਕਰ ਰਿਹਾ ਜਾਂ ਬਹੁਤ ਕੁਝ ਕਰ ਰਿਹਾ, ਉਹ ਆਪੇ ਹੀ ਉਹਨਾਂ ਦਾ ਦਿਲ ਆਪੇ ਖਿੱਚਿਆ ਆਊਗਾ। ਆਮੇਨ। ਹਾਲੇਲੂਇਆ। ਪ੍ਰੇਜ਼ ਦਾ ਲੋਰਡ। ਪਰਮੇਸ਼ਰ ਦਾ ਧੰਨਵਾਦ ਕਰਦੇ ਆ। ਆਪਾਂ ਸਭ ਚਾਹੁੰਦੇ ਆ ਕਿ ਰਿਵਾਈਵਲ ਫੈਲੇ। ਆਪਾਂ ਸਭ ਚਾਹੁੰਦੇ ਆ ਕਿ ਰਿਵਾਈਵਲ ਫੈਲੇ। ਜਦੋਂ ਆਪਾਂ ਰਿਵਾਈਵਲ ਫੈਲਣ ਦੀ ਗੱਲ ਕਰਦੇ ਆ, ਇਹਦਾ ਮਤਲਬ ਆ ਵੀ ਜਿਹੜੇ ਆਪਾਂ ਆਪਣੀ ਮਸ਼ਾਲ ਆ ਜਿਹੜੀ ਉਹ ਜਲਦੀ ਰੱਖਣੀ ਆ। ਆਮੇਨ। ਆਪਣੀ ਮਸ਼ਾਲ ਜਿਹੜੀ ਲਾਈਟ ਆ ਆਪਣੀ, ਉਹਨੂੰ ਜਲਦੀ ਰੱਖਣਾ। ਆਪਣਾ ਦੀਵਾ ਆ ਜਿਹੜਾ, ਉਹਨੂੰ ਜਲਦਾ ਰੱਖਣਾ। ਪਿਛਲੀ ਵਾਰੀ ਆਪਾਂ ਪ੍ਰੀਚ ਕੀਤਾ ਸੀਗਾ 10 ਕੁਵਾਰੀਆਂ ਦੇ ਬਾਰੇ, ਹਨਾ, ਕਿ ਕਿੱਦਾਂ ਜਿਹੜੀਆਂ 5 ਸੀਗੀਆਂ ਉਹਨਾਂ ਦੇ ਬੁੱਝ ਚੱਲੇ ਸੀ ਦੀਵੇ, ਤੇ ਦੂਜਿਆਂ ਨੂੰ ਉਹਨਾਂ ਨੇ ਕਿਹਾ ਵੀ ਸਾਡਾ ਚਲਾ ਦਿਓ। ਕਹਿੰਦੇ ਵੀ ਨਹੀਂ, ਹੁਣ ਤਾਂ ਟੂ ਲੇਟ ਹੋ ਗਿਆ, ਹੁਣ ਤਾਂ ਦੁਲਹਾ ਦਰਵਾਜ਼ੇ ਤੇ ਖੜਾ ਆ, ਹੁਣ ਤਾਂ ਨਹੀਂ ਅਸੀਂ ਜਲਾ ਸਕਦੇ। ਪਰ ਹਜੇ ਭਾਵੇਂ ਆਪਾਂ ਨੂੰ ਨਹੀਂ ਪਤਾ, ਹੋ ਸਕਦਾ ਪਰਮੇਸ਼ਰ ਜੀ ਅੱਜ ਰਾਤ ਨੂੰ ਆ ਜਾਣ, ਹੈ ਨਾ, ਪਰ ਹਜੇ ਆਪਾਂ ਨੂੰ ਲੱਗ ਰਿਹਾ ਆ ਇਸ ਵੇਲੇ ਐਨੀਵੇਜ਼ ਆਪਣੇ ਕੋਲੇ ਟਾਈਮ ਹੈਗਾ ਆ। ਸੋ ਆਪਾਂ ਆਪਣੀ ਮਸ਼ਾਲ ਜਲਦੀ ਰੱਖਣੀ ਆ। ਹਜੇ ਟਾਈਮ ਹੈਗਾ ਆ ਕਿ ਆਪਾਂ ਦੂਜਿਆਂ ਦੀ ਵੀ ਮਦਦ ਕਰ ਸਕੀਏ। ਸੋ ਆਪਾਂ ਆਪਣੀ ਮਸ਼ਾਲ ਜਲਦੀ ਰੱਖਣੀ ਆ ਤੇ ਦੂਜਿਆਂ ਦੀ ਮਸ਼ਾਲ ਬੁਝਣ ਨਹੀਂ ਦੇਣੀ। ਆਮੇਨ। ਹਾਲੇਲੂਇਆ ਹਾਲੇਲੂਇਆ। ਬੁਝਣ ਨਹੀਂ ਦੇਣੀ, ਕਿਉਂਕਿ ਇਟਸ ਨਾਟ ਅ ਕੰਪੀਟੀਸ਼ਨ। ਇਹ ਕੰਪੀਟੀਸ਼ਨ ਨਹੀਂਗਾ ਵੀ ਮੇਰੀ ਬਹੁਤੀ ਵੱਡੀ ਜਲ ਰਹੀ ਆ, ਦੂਜੇ ਦੀ ਤਾਂ ਮੋਮਬੱਤੀ ਜੀ ਆ ਛੋਟੀ ਜੀ। ਨੋ, ਏਦਾਂ ਨਹੀਂਗਾ। ਆਪਾਂ ਆਪਣੀ ਜਲਦੀ ਰੱਖਣੀ ਆ। ਆਪਾਂ ਤੁਹਾਨੂੰ ਚੇਤੇ ਆ ਜਦੋਂ ਇੰਡੀਆ ਦੇ ਵਿੱਚ ਲਾਈਟ ਜਾਂਦੀ ਹੁੰਦੀ ਸੀਗੀ, ਹੈ, ਜੋ ਲਾਈਟ ਜਾਂਦੀ ਸੀ, ਜਦੋਂ ਪੜ੍ਹ ਵੀ ਰਹੇ ਸੀ, ਉਹ ਪੜ੍ਹਦੇ ਇਦਾਂ ਹੀ ਪਹਿਲਾਂ ਹੀ ਲਾਈਟ ਚਲੀ ਗਈ, ਚਲੋ ਜੀ ਹੋਮਵਰਕ ਰਹਿ ਗਿਆ, ਬਸ ਮੰਮੀ ਲਾਈਟ ਨਹੀਂ ਗਈ, ਹੁਣ ਤਾਂ ਕੀ ਕਰੀਏ। ਸੋ ਜਦੋਂ ਲਾਈਟ ਜਾਂਦੀ ਸੀਗੀ, ਟੀਵੀ ਦਾ ਹੀ ਔਖਾ ਹੁੰਦਾ ਸੀ, ਜੋ ਲਾਈਟ ਜਾਂਦੀ ਸੀ, ਬਾਕੀ ਸਭ ਤਾਂ ਠੀਕ ਸੀ। ਤੇ ਜਦੋਂ ਲਾਈਟ ਜਾਂਦੀ ਸੀ, ਆਪਾਂ ਮੋਮਬੱਤੀਆਂ 2-3 ਲਾਈਆਂ, ਹੈ ਨਾ, ਜਦੋਂ ਇੱਕ ਮੋਮਬੱਤੀ ਥੋੜੀ ਜਿਹੀ ਬੁਝਣ ਲੱਗਦੀ ਸੀ ਕਿ ਬੁਝ ਹੀ ਜਾਂਦੀ ਸੀ, ਆਪਾਂ ਭੱਜ ਕੇ ਜਾ ਕੇ ਦੂਜੀ ਮੋਮਬੱਤੀ ਲੈ ਕੇ ਆਉਂਦੇ ਸੀ ਉਹਦੀ ਲਾਈਟ ਕਰਨ ਨੂੰ, ਹੈ ਨਾ। ਆਮੇਨ। ਏਦਾਂ ਹੀ ਆਪਾਂ ਮਸੀਹੀ ਭੈਣ ਭਰਾ ਆ, ਆਪਾਂ ਇੱਕ ਫੈਮਿਲੀ ਆ। ਆਪਾਂ ਆਪਣੀ ਮਸ਼ਾਲ ਜਲਦੀ ਰੱਖਣੀ ਆ, ਪ੍ਰੇਅਰ ਦੇ ਵਿੱਚ ਲੱਗੇ ਰਹਿਣਾ, ਦੁਆਵਾਂ ਦੇ ਵਿੱਚ ਲੱਗੇ ਰਹਿਣਾ, ਪਰ ਆਪਣੀਆਂ ਅੱਖਾਂ ਖੁੱਲੀਆਂ ਰੱਖਣੀਆਂ ਨੇ। ਕਿਸੇ ਦੀ ਮਸ਼ਾਲ ਬੁਝਣੀ ਨਹੀਂ ਚਾਹੀਦੀ। ਆਪਾਂ ਆਪਣੀ ਜ਼ਿੰਮੇਵਾਰੀ ਆ ਇਹ, ਪਰਮੇਸ਼ਰ ਨੇ ਇਹ ਕੰਮ ਆਪਣੇ ਹੱਥ 'ਚ ਦਿੱਤਾ ਆ ਕਿ ਆਪਣੀ ਬੁਝਣੀ ਨਹੀਂ ਚਾਹੀਦੀ ਤੇ ਦੂਜਿਆਂ ਦੀ ਵੀ ਨਹੀਂ ਬੁਝਣੀ ਚਾਹੀਦੀ। ਆਮੇਨ। ਹਾਲੇਲੂਇਆ। ਭੈਣ ਭਰਾ ਦੇ ਨਾਤੇ ਆਪਾਂ ਇੱਕ ਦੂਜੇ ਦੇ ਲਈ ਆਪਾਂ ਖੜੇ ਰਹਿਣਾ ਆ ਹਮੇਸ਼ਾ। ਆਮੇਨ। ਹਾਲੇਲੂਇਆ। ਪਾਸਟਰ ਜੀ ਵੀ ਸਨਫਲਾਵਰ ਦੀ ਐਗਜ਼ਾਮਪਲ ਵੀ ਦਿੰਦੇ ਹੁੰਦੇ ਨੇ। ਜਦੋਂ ਸੂਰਜਮੁਖੀ ਸੂਰਜ ਵੱਲ ਝਾਕਦਾ ਰਹਿੰਦਾ, ਜਿਹੜਾ ਸਨਫਲਾਵਰ ਹੈ ਨਾ, ਸਾਰੇ ਸੂਰਜ ਵੱਲ ਝਾਕ ਰਹੇ ਹੁੰਦੇ ਨੇ, ਪਰ ਜਦੋਂ ਬੱਦਲ ਆ ਜਾਂਦੇ ਨੇ, ਉਦੋਂ ਫਿਰ ਉਹਨਾਂ ਦੇ ਵਿੱਚ ਜਿਹੜੀ ਲਾਈਟ ਹੁੰਦੀ ਆ, ਉਹ ਧੁੱਪ ਵੱਲ ਤਾਂ ਝਾਕ ਨਹੀਂ ਦੇਣ, ਕਿਉਂਕਿ ਧੁੱਪ ਹੈ ਨਹੀਂ ਗੀ, ਫਿਰ ਉਹ ਇੱਕ ਦੂਜੇ ਵੱਲ ਝਾਕਦੇ ਨੇ, ਇੱਕ ਦੂਜੇ ਤੋਂ ਉਹ ਐਨਰਜੀ ਲੈਂਦੇ ਨੇ, ਇੱਕ ਦੂਜੇ ਤੋਂ ਉਹ ਪਾਵਰ ਲੈਂਦੇ ਨੇ। ਆਮੇਨ। ਹਾਲੇਲੂਇਆ। ਸੋ ਆਪਣਾ ਵੀ ਇਹੀ ਕੰਮ ਹੈਗਾ ਆ ਜੋ ਆਪਾਂ ਕਰਨਾ ਆ। ਜੇ ਪਰਮੇਸ਼ਵਰ ਦਾ ਵੱਡਾ ਪਲਾਨ ਹੈਗਾ ਹੈ ਹਰ ਕਿਸੇ ਦੀ ਜ਼ਿੰਦਗੀ ਤੇ, ਹਰ ਕਿਸੇ ਦੀ ਲਾਈਫ ਦੇ ਉੱਤੇ ਪਰਮੇਸ਼ਵਰ ਦੀ ਵੱਡੀ ਕਾਲਿੰਗ ਆ। ਉਹ ਆਪਾਂ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਪਰਮੇਸ਼ਵਰ ਬਲੂਪ੍ਰਿੰਟ ਇੱਕ ਜਿਹੜਾ ਹੈਗਾ ਆ, ਉਹ ਉਹਨੇ ਤਿਆਰ ਕੀਤਾ ਆ ਆਪਣੀ ਸਾਰਿਆਂ ਦੀ ਜ਼ਿੰਦਗੀ ਦੇ ਲਈ। ਕਈ ਵਾਰੀ ਆਪਾਂ ਨੂੰ ਨਹੀਂ ਹਜੇ ਸਮਝ ਆਉਂਦੀ, ਜਦੋਂ ਆਪਾਂ ਨਵੇਂ ਹੁੰਨੇ ਆ, ਉਦੋਂ ਆਪਾਂ ਨੂੰ ਬਹੁਤਾ ਨਹੀਂ ਪਤਾ ਲੱਗ ਰਿਹਾ, ਸਾਰਾ ਕੁਝ ਬਹੁਤ ਕਨਫਿਊਜ਼ਿੰਗ ਲੱਗਦਾ ਆ ਕਿ ਮਤਲਬ ਵੀ ਕਿੱਦਾਂ ਵੀ ਦੂਸਰੇ ਲੋਕਾਂ ਦਾ ਤਾਂ ਐਂ ਹੋ ਰਿਹਾ। ਅਗੇਨ ਇਟਸ ਨਾਟ ਅ ਕੰਪੀਟੀਸ਼ਨ। ਹਰੇਕ ਬੰਦੇ ਦੀ ਕਾਲਿੰਗ ਆਡਾ, ਹਰੇਕ ਬੰਦੇ ਨੂੰ ਪਰਮੇਸ਼ਰ ਨੇ ਆਪਣੇ ਤਰੀਕੇ ਦੇ ਨਾਲ ਯੂਜ਼ ਕਰਨਾ ਹੈ। ਆਮੇਨ। ਪਰ ਆਪਾਂ ਭੈਣ ਭਰਾ ਹੋਣ ਦੇ ਨਾਤੇ ਹਮੇਸ਼ਾ ਇੱਕ ਦੂਜੇ ਦੇ ਲਈ ਖੜੇ ਰਹਿਣਾ ਆ। ਕਦੇ ਵੀ ਆਪਾਂ ਜਿੱਦਾਂ ਕਹਿ ਲਓ ਵੀ ਕਹਿਣਾ ਨਹੀਂ ਯੂ ਆਰ ਔਨ ਯੋਰ ਓਨ, ਨੈਵਰ, ਹੈ ਨਾ। ਆਪਾਂ ਹਮੇਸ਼ਾ ਇੱਕ ਦੂਜੇ ਦੇ ਲਈ ਖੜੇ ਰਹਿਣਾ ਆ। ਤੇ ਪਰਮੇਸ਼ਰ ਦਾ ਵਚਨ ਜਿੱਦਾਂ ਕਹਿੰਦਾ ਆ ਕਿ हिंदी ਦੇ ਵਿੱਚ ਲਾਈਨ ਲਿਖੀ ਹੋ, उसके राज्य का कभी अंत नहीं होगा। आमेन। कभी अंत नहीं होगा। ਤੇ ਅੱਜ ਦੀ ਪ੍ਰੀਚਿੰਗ ਦਾ ਜਿਹੜਾ ਟੌਪਿਕ ਹੈਗਾ ਆ, ਉਹ ਹੈਗਾ ਆ ਰਿਵਾਈਵਲ ਨੈਟਵਰਕ।
हाँ जी रिवाइवल नैटवर्क मशाल आ जिहड़ी एक दूजे दी जलाई जावांगे यह नैटवर्क आ यह सारी दुनिया दे विच फैलिया होया ते यह फैलदा रहना चाहिए। परमेश्वर की के राज्य का कभी अंत नहीं होगा ते आपां बड़ा पार्ट हैगे आ उस परमेश्वर दी उस प्लान दा। सो क्वेश्चन ये हैगा कि आपां की कर सकते हैं परमेश्वर दे राज नूं बढ़ाउण दे लई, परमेश्वर दे राज दी बढ़ौती दे लई आपां की कर सकते हैं। सो 10 पॉइंट ने अज 10 पॉइंट आप फटाफट शेयर करांगे, फटाफट तो पता नहीं पर 10 पॉइंट शेयर करांगे। ते पहला हैगा है टेस्टमनी, दूसरा हैगा है टेस्टमनी ते तीसरा हैगा या टेस्टमनी। ये अपने 10 पॉइंट ने आमेन, पर इन्हां दे 8 पॉइंट हैगे ने भावें सारे इक्को ही लगदे ने। तो पहला हैगा या स्पोकन टेस्टमनी, बोली हुई टेस्टमनी जिहड़ी आपां मूँह तो बोलदे आ दूजे नूं टेस्टमनी दिंदे आ जिहड़ियां कि अज दित्तियां गईयां प्रेज द लॉर्ड, ओह टेस्टमनीआं दे नाल अपने दिलां नूं जाके जिद्दां कह लो भी सट नहीं कह सकते पर दिलां 'च जाके ठा जने वजदी है भी वाओ परमेश्वर साडा किन्ना महान परमेश्वर है मैन। सो दूसरी जिहड़ी हैगी आ ओह लिव्ड टेस्टमनी, जिउंदी जागदी टेस्टमनी, मतलब भी जिहड़ी आपां जिउंदे आ टेस्टमनी। ते जिहड़ी तीसरी हैगी आ ओह हैगी आ लेफ्ट बिहाइंड टेस्टमनी यानी कि अमर कथा लेगेसी मैन। सो आ 3 चीज टेस्टमनीआं ने जिहड़ियां इहदे बारे आपां थोड़ी जी गल करांगे। बाइबल जिहड़ी हैगी आ परमेश्वर दा वचन जिहड़ा हैगा आ ये सारा टेस्टमनीआं नाल भरिया पिया है ना। मैं जो भी आई मीन सारिਆਂ ने नोटिस किया ना जो भी मेरी प्रीचिंग का हुंदा आ हरेक दे विच मैं टेस्टमनी का नाम पक्का लैंदी हुंदी आ क्योंकि यही आ टेस्टमनी हुई आ जिहड़ा ग्रेट कमिशन आ है ना, आपां दूजिਆਂ ਨੂੰ दसना है परमेश्वर का वचन। सो बाइबल दे विच जिहड़े चेले सीगे उन्हां नूं जदों परमेश्वर ने छुएया सी ते उन्हां ने की कीता सी, उन्होंने जाके दूजिਆਂ ਨੂੰ दसिया। वो जिहड़े दूसरे लोग भी सी जिन्हां नूं हील किया उत्थे फलाना फलाना यसू मसीह जी उन्हें मेरे अखां ते हथ रखिया मैं ठीक हो गया मैनू दिसन लग गया। ये बोले ये टेस्टमनी बोले दूजिਆਂ ਨੂੰ, फिर की होया दूजिਆਂ ਦਾ विश्वास वधिया ते दूजे भी आए कित्थे आ यसू मसीह असी भी लभना आ, साडे घर च कोई बीमार आ सानू भी चाहिदा आ, असी भी दुआ करवाउणी आ, साडे बच्चे नहीं ठीक असी भी दुआ करवाउणी आ। सो ये बोलते जिहड़े टेस्टमनी ते फिर उस तो बाद ਜਿਹੜੇ ਲੋਕਾਂ ਦੇ ਨਾਲ ਜਦੋਂ ਪਤਰਸ ਸਾਰੇ ਜਾਣੇ ਜਦੋਂ ਪਰਮੇਸ਼ਵਰ ਦੇ ਵਿੱਚ ਲੱਗ ਗਏ, ਜਦੋਂ ਹੋਰ ਵੱਧ ਗਏ, ਹੋਰ ਇਹਨਾਂ ਦੇ ਵਿੱਚ ਮਤਲਬ ਕਾਫੀ ਪਰਮੇਸ਼ਵਰ ਦਾ ਕੰਮ ਹੋ ਗਿਆ। ਉਸ ਤੋਂ ਬਾਅਦ ਲੋਕ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਦੇਖ ਕੇ ਹੈ ਦੈਟਸ ਅ ਨੰਬਰ 2 ਟੈਸਟਮਨੀ ਜਿਹੜੀ ਲਿਵਿੰਗ ਟੈਸਟਮਨੀ ਆ। परमेश्वर के लोग उन्होंने देख के वाओ वो फलाने प्रचार करी जाता वो जाता है तो लोग वो छूए जाते हैं, वो छां थाई दी लोग ठीक होंगे ने। ये चीज़ां दूजिਆਂ ने जो देखिया ही मतलब देखिया ही सिर्फ उन्हें कुछ कहा नहीं ਉਹਦੇ ਨਾਲ किन्नी बरकत आई दूजिਆਂ ਨੂੰ है ना। तीसरी जिहड़ी हैगी आ लैगेसी अमर कथा ਉਹ ਅੱਜ भी आपां ਇਹ गल कर रहे हैं है ना कि देख लो चेलिया ने फलाने टाइम च की कीता, परमेश्वर यसू मसीह जी जो इस धरती ते सीगे उन्होंने उस वेले की कीता, उन्हां दी लैगेसी आ जिहड़ी अमर कथा जिहड़ी हैगी आ वो अज भी अपने अंदर काम कर रही है। अज भी आपां उह तों सिख रहे हैं, अज भी आपां नूं भुख प्यास वधदी आ जदों आपां परमेश्वर दा नाम सुणदे आ जां उह चीज़ां नूं सुणदे आ जिहड़ियां गल्लां परमेश्वर ने कीतियां। आमीन हालेलुया। ते जिहड़ा सब तो पहला पॉइंट हैगा आ वी हैव टू रिलीज अ वर्ड ऑफ फेथ एंड होप टू द वर्ल्ड। आपां नूं जिहड़ी होप ते फेथ नेचर जिहड़ी हैगी आ ते होप आ जिहड़ी उम्मीद ਇਹ ਆਪਾਂ ਨੂੰ ਦੂਜਿਆਂ ਨੂੰ ਦੁਨੀਆ ਤੱਕ ਪਹੁੰਚਾਉਣੀ ਆ। ਜਿਹੜੀ ਪਰਮੇਸ਼ਵਰ ਦੀ ਨੇਚਰ ਤੇ ਹੋਪ ਆ ਜਿਹੜੀ ਉਹ ਸਾਡੇ ਅੰਦਰ ਆ है ना, ये आप दूसरिया तक पहुँचानी आ। तो सब तो वड्डी उही गल फिर आप करते हैं कि जिहड़ी मशालां ने ये आप अपने कोले फड़ी रखनियां ने। मशालां सब दियां फड़ियां होईयां ने, बाहर भी सारे लोगों ने फड़ियां होईयां ने मशालां, सब दे कोले मशालां फड़ियां होईयां ने, पर कईयां दियां जल रहीआं ने, कईयां दियां थोड़ियां जिहियां रहिंदियां ने, कईयां दियां नहीं जल रहीआं, कईयां दियां बुझ गईआं है ना। सो मशाला जिहड़ियां ने ये अपना ग्रेट कमिशन जिद्दां कहने ये अपना काम आ, अपनी जिम्मेवारी आ परमेश्वर ने आपां नूं दित्ती आ। जिद्दां जिद्दां पवित्र आत्मा दे काम ने जिहड़े वो वधदे जांदे ने उदां ही अपनी ये इंटेंशन होनी चाहिदी आ कि आपां दूसरे लोकां नूं आपां एक्सपीरियंस सांझा करिए। अज इत्थे
ਕਿੰਨਾ ਛੂਹਿਆ ਪਵਿੱਤਰ ਆਤਮਾ ਨੇ। ਮੈਂ ਤਾਂ ਮੂਹਰੇ ਬੈਠੀ ਸੀ, ਮੈਨੂੰ ਪਿੱਛੇ ਦਾ ਨਹੀਂ ਪਤਾ, ਪਰ ਮੈਨੂੰ ਬਹੁਤ ਛੂਹਿਆ ਕਿਉਂਕਿ ਮੈਨੂੰ ਪਿੱਛੇ ਮੁੜ ਕੇ ਦੇਖਿਆ ਨਹੀਂ ਮੈਂ ਕੀ ਹੋ ਰਿਹਾ। ਇੰਨਾ ਮੈਨੂੰ ਛੂਹਿਆ ਪਰਮੇਸ਼ਵਰ ਦੀ ਹਜ਼ੂਰੀ, ਪਵਿੱਤਰ ਆਤਮਾ ਦੀ ਹਜ਼ੂਰੀ ਸੋ ਪਾਵਰਫੁਲ ਹੈ ਨਾ। ਹੁਣ ਆਪਣੀ ਇਹ ਇੰਟੈਂਸ਼ਨ ਹੋਣੀ ਚਾਹੀਦੀ ਹੈ ਕਿ ਆਪਾਂ ਜਾ ਕੇ ਦੱਸੀਏ ਕਿ ਵਾਓ, ਜਦੋਂ ਪਰਮੇਸ਼ਵਰ ਛੂੰਹਦਾ ਆ। ਜਦੋਂ ਅਸੀਂ ਨਵੇਂ ਸੀਗੇ ਨਾ, ਕਈ ਵਾਰੀ ਅਸੀਂ ਸੁਣਦੇ ਹੁੰਦੇ ਸੀਗੇ ਉਹ ਜਦੋਂ ਪਾਸਟਰ ਹੁਣੀ ਜਦੋਂ ਪ੍ਰੇਅਰ ਕਰਦੇ ਨੇ ਕੋਈ ਡਿੱਗ ਪੈਂਦਾ ਆ ਹੈ ਨਾ। ਜਦੋਂ ਹਜੇ ਇੰਡੀਆ 'ਚ ਹੀ ਸੀ ਜਿੱਦਾਂ ਕਹਿ ਲਓ, ਉਹਦਾ ਇੱਦਾਂ ਹੁੰਦਾ ਸੀ ਜੋ ਟੀਵੀ ਉਹਨਾਂ ਦਿਨਾਂ ਜਿੰਨਾ ਨਹੀਂ ਸੀ, ਪਰ ਲੇਟਰ ਆਨ ਹੈ ਨਾ ਜੋ ਟੀਵੀ 'ਚ ਲੋਕ ਕਈ ਵੀ ਅੱਜ ਵੀ ਆਏ ਦੇਖਦੇ ਨੇ, ਉਹ ਸਾਰੇ ਕੀ ਸੋਚਦੇ ਨੇ? ਉਹ ਸੋਚਦੇ ਨੇ ਵੀ ਨਹੀਂ ਇੱਦਾਂ ਕਿੱਦਾਂ ਹੋ ਸਕਦਾ, ਕਿਸੇ ਨੇ ਹੱਥ ਰੱਖਿਆ ਪ੍ਰੇਅਰ ਹੋ ਗਈ ਬੰਦਾ ਡਿੱਗ ਪਿਆ, ਇੱਦਾਂ ਕਿੱਦਾਂ ਹੋ ਸਕਦਾ ਹੈ ਨਾ। ਮੇ ਵੀ ਆਪਾਂ ਸਾਰਿਆਂ ਨੇ ਵੀ ਇਹੀ ਸੋਚਿਆ ਕਿੱਦਾਂ ਹੋ ਕਿੱਦਾਂ ਸਕਦਾ ਆ। ਵੀ ਡਿਡਨਟ ਬਲੀਵ ਇਟ। ਪਰ ਫਿਰ ਕੀ ਹੋਇਆ? ਫਿਰ ਇੱਕ ਦਿਨ ਸਾਡੀ ਵਾਰੀ ਆਈ ਹੈ ਨਾ। ਉਹ ਤਾਂ ਕਹਿੰਦੇ ਨੇ ਵੀ ਲੋਕਾਂ ਨੂੰ ਮੂਹਰਲਿਆਂ ਨੂੰ ਪੈਸੇ ਦਿੱਤੇ ਹੁੰਦੇ ਨੇ ਵੀ ਉਹ ਪੈਸੇ ਦੇ ਕੇ ਉਹ ਬਸ ਕਰਦੇ ਨੇ। ਜਦੋਂ ਸਾਡੀ ਵਾਰੀ ਆਈ ਤਾਂ ਕੀ ਹੋਇਆ? ਵਾਓ ਵਾਓ, ਇਹ ਕਿੱਦਾਂ ਹੋ ਗਿਆ? ਮੈਂ ਫਲੋਰ ਤੇ ਪਾਸਟਰ ਜੀ ਆਪਣੀ ਟੈਸਟੀਮਨੀ ਸੁਣਾਉਂਦੇ ਹੁੰਦੇ ਨੇ, ਕਹਿੰਦੇ ਇੰਨਾ ਮੀਂਹ ਗਾਰਾ ਕਿਚੜ ਦੇ ਵਿੱਚ ਜਦੋਂ ਪਾਸਟਰ ਨੇ ਉਹਨਾਂ ਤੇ ਹੱਥ ਰੱਖਿਆ, ਇਹਨਾਂ ਨੂੰ ਸੀਗਾ ਮੈਨੂੰ ਕੌਣ ਸੈੱਟ ਦੂਗਾ, ਛੋਟਾ ਜਿਹਾ ਪਾਸਟਰ ਸੀ, ਪਾਸਟਰ ਜੀ ਐਡੇ ਲੰਬੇ ਸੀਗੇ, ਉਹਨੇ ਹੱਥ ਰੱਖਿਆ, ਉਹਨੇ ਜਿੱਦਾਂ ਕਹਿ ਲਓ ਵੀ ਆਏ ਪੂਰਾ ਆਏ ਕਰਕੇ ਮਾੜਾ ਜਿਹਾ, ਕਹਿੰਦੇ ਜਦੋਂ ਮੈਂ ਅੱਖਾਂ ਖੋਲੀਆਂ ਮੈਂ ਫਲੋਰ ਤੇ ਪਿਆ। ਉਸ ਤੋਂ ਬਾਅਦ ਜ਼ਿੰਦਗੀ ਬਦਲ ਗਈ ਹੈ ਨਾ। ਦੇਖੋ ਤੁਸੀਂ, ਉਹ ਕਹਿੰਦੇ ਵੀ ਇਹ ਹੈ ਕੀ ਚੀਜ਼, ਮੈਨੂੰ ਵੀ ਚਾਹੀਦਾ ਹੈ ਨਾ। ਸੋ ਇੱਦਾਂ ਦੀਆਂ ਚੀਜ਼ਾਂ ਦੇ ਨਾਲ ਇਹ ਮਸ਼ਾਲ ਆ ਜਿਹੜੀ ਆਪਾਂ ਜਲਦੀ ਰੱਖਣੀ ਆ ਤੇ ਦੂਸਰਿਆਂ ਨੂੰ ਵੀ ਦੱਸਦੇ ਰਹਿਣਾ ਆ। ਦੂਜੇ ਅੱਖਰਾਂ ਦੇ ਵਿੱਚ ਕਿ ਹਰ ਉਹ ਚਮਤਕਾਰ, ਹਰ ਉਹ ਸ਼ਿਫਾ, ਹੀਲਿੰਗ, ਮਿਰਕਲ, ਬ੍ਰੇਕ ਥਰੂ, ਹਰ ਉਹ ਚੀਜ਼ ਜੋ ਨਾਮੁਮਕਿਨ ਸੀ ਤੇ ਮੁਮਕਿਨ ਹੋਈ, ਉਹ ਤੁਹਾਡੀ ਪ੍ਰੇਅਰ ਦੇ ਥਾਈ, ਤੁਹਾਡੀ ਟੈਸਟਮਨੀ ਦੇ ਥਾਈ, ਤੁਹਾਡੇ ਥਾਈ ਦੂਸਰਿਆਂ ਨੂੰ ਪਤਾ ਲੱਗਣੀ ਚਾਹੀਦੀ ਆ ਹੈ ਨਾ। ਤਾਂ ਹੀ ਫਾਇਦਾ ਆ, ਨਹੀਂ ਤਾਂ ਆਪਾਂ ਬੁਲਾ ਕੇ ਬੈਠੇ ਆ ਸੋ ਹੈ ਨਾ, ਫਿਰ ਉਹਦਾ ਕੀ ਫਾਇਦਾ ਆ? ਆਹੀ ਫਾਇਦਾ ਆ ਵੀ ਆਪਾਂ ਇਹ ਕਹਾਣੀ ਆ ਜਿਹੜੀ ਆਪਣੀ ਦੂਸਰਿਆਂ ਤੱਕ ਪਹੁੰਚਾ ਸਕੀਏ। ਪਰਮੇਸ਼ਵਰ ਦੀ ਮਰਸੀ ਤੇ ਗ੍ਰੇਸ ਆ ਜਿਹੜੀ ਉਹ ਦੂਸਰਿਆਂ ਤੱਕ ਪਹੁੰਚਾ ਸਕੀਏ। ਕਈ ਵਾਰੀ ਲੋਕ ਕਹਿੰਦੇ ਨੇ ਵੀ ਹਾਂਜੀ ਬਹੁਤ ਪ੍ਰੇਅਰ ਵੀ ਕਰਦੇ ਆ ਅਸੀਂ, ਬਹੁਤ ਜਿੱਦਾਂ ਕਹ ਲਓ ਵਚਨ ਵੀ ਪੜ੍ਹਦੇ ਆ ਤੇ ਹੁਣ ਮਤਲਬ ਵੀ ਪੂਰੇ ਤਿਆਰ ਹੋ ਗਏ ਵੀ ਅਨੋਇੰਟਡ ਹੋਏ ਪਏ ਆ ਬਸ ਹੈ ਨਾ। ਕਿਸੇ ਨੇ ਇੰਗਲਿਸ਼ ਦੇ ਵਿੱਚ ਕਿਹਾ ਆ ਵੀ ਹੁਣ ਆਪਾਂ ਅਨੋਇੰਟਡ ਕਾਊਚ ਪੋਟੇਟੋ ਹੋ ਗਏ ਆ, ਜਾ ਕੇ ਸੋਫੇ ਤੇ ਬਹਿ ਜਾਂਦੇ ਆ ਪਰ ਬਹੁਤ ਅਨੋਇੰਟਡ ਆ, ਵੀ ਇੰਨਾ ਪੱਕਾ ਆ ਹੈ ਵੀ ਅਨੋਇੰਟਡ ਬਹੁਤ ਆ ਅਸੀਂ, ਪਰ ਜਾ ਕੇ ਦੂਸਰਿਆਂ ਨੂੰ ਆਪਾਂ ਦੱਸਦੇ ਨੇਗੇ ਤਾਂ ਫਿਰ ਉਹਦਾ ਕੀ ਫਾਇਦਾ ਹੋਇਆ ਹੈ ਨਾ। ਇਹ ਗ੍ਰੇਟ ਕਮਿਸ਼ਨ ਆ ਜਿਹੜਾ, ਇਹ ਜਿਹੜੀ ਆਪਣੀ ਅੱਜ ਦੀ ਪ੍ਰੀਚਿੰਗ ਦਾ ਟਾਈਟਲ ਹੈਗਾ ਆ, ਇਹ ਰਿਵਾਈਵਲ ਨੈਟਵਰਕ ਆ। ਸੋ ਮਤਲਬ ਵੀ ਆਪਾਂ ਦੂਸਰਿਆਂ ਨੂੰ ਜਾ ਕੇ ਦੱਸਣਾ ਆ। ਆਮੇਨ, ਹਾਲੇਲੂਇਆ। ਸ਼ਾਇਦ ਜਦੋਂ ਆਪਾਂ ਦੱਸਦੇ ਆ, ਸ਼ਾਇਦ ਬੰਦਾ ਕਹੇ ਕਿ ਵਾਹ ਇਹਨਾਂ ਦਾ ਜਿਹੜਾ ਯਿਸੂ ਆ ਇਹ ਮੁਸੀਬਤਾਂ ਚੋਂ ਕੱਢ ਲਿਆ ਇਹਨੂੰ, ਸ਼ਾਇਦ ਇਹਨਾਂ ਦਾ ਯਿਸੂ ਮੈਨੂੰ ਵੀ ਮੁਸੀਬਤਾਂ ਚੋਂ ਕੱਢ ਲੇ, ਸ਼ਾਇਦ ਇਹਨਾਂ ਦਾ ਜਿਹੜਾ ਯਿਸੂ ਹੈਗਾ ਆ ਉਹ ਮੈਨੂੰ ਵੀ ਮੇਰੀ ਮਿਜ਼ਰੀ ਚੋਂ ਕੱਢ ਦੇਵੇ, ਮੇਰੀਆਂ ਬਿਮਾਰੀਆਂ ਚੋਂ ਮੈਨੂੰ ਕੱਢ ਦੇਵੇ, ਸ਼ਾਇਦ ਜਿਹੜਾ ਇਹਨਾਂ ਦਾ ਯਿਸੂ ਹੈਗਾ ਆ ਉਹ ਮੈਨੂੰ ਵੀ ਉਹ ਬਰਕਤਾਂ ਦੇ ਦੇਵੇ ਜਿਹੜੀਆਂ ਇਹਨਾਂ ਨੂੰ ਦਿੱਤੀਆਂ ਨੇ ਹੈ ਨਾ। ਤੇ ਅਸੀਂ ਕਿਹਾ ਸ਼ਾਇਦ ਇਹ ਜਿਹੜਾ ਇਹਨਾਂ ਦਾ ਯਿਸੂ ਹੈਗਾ ਆ ਮੇਰੇ ਡੈਡੀ ਨੂੰ ਵੀ ਸ਼ਰਾਬ ਦੀ ਐਡਿਕਸ਼ਨ ਚੋਂ ਕੱਢ ਦੇਵੇ। ਅਸੀਂ ਇੱਕ ਦਿਨ ਇਹ ਕਿਹਾ ਸ਼ਾਇਦ ਇਹਨਾਂ ਦਾ ਯਿਸੂ, ਕਿਉਂਕਿ ਸਾਡਾ ਨਹੀਂ ਸੀ ਯਿਸੂ ਉਦੋਂ, ਸਾਨੂੰ ਤਾਂ ਪਤਾ ਹੀ ਨਹੀਂ ਸੀ, ਅਸੀਂ ਕਿਹਾ ਸ਼ਾਇਦ ਇਹਨਾਂ ਦਾ ਯਿਸੂ ਸਾਨੂੰ ਸਾਡੇ ਡੈਡੀ ਨੂੰ ਵੀ ਸ਼ਰਾਬ ਦੀ ਐਡਿਕਸ਼ਨ ਚੋਂ ਕੱਢ ਦੇਵੇ। ਅਸੀਂ ਬਸ ਆਹ ਸ਼ਾਇਦ ਕਰਕੇ ਹੀ ਅਸੀਂ ਪਿੱਛੇ ਹੋ ਲਏ ਹੈ ਨਾ। ਨਹੀਂ ਤਾਂ ਮਤਲਬ ਵੀ ਬੰਦਾ ਕਹਿੰਦਾ ਉਹਨਾਂ ਦਾ ਧਰਮ ਆ, ਅਸੀਂ ਦੂਜਿਆਂ ਗੋਰਿਆਂ ਦਾ ਆ, ਇੱਦਾਂ ਕਰਕੇ ਹੈ ਨਾ। ਸੋ ਇਹ ਉਹਦਾ ਆ ਜਿਹੜਾ ਦਿਲ ਖੋਲ ਕੇ ਸਵੀਕਾਰ ਕਰਦਾ। ਆਮੇਨ। ਕੋਈ ਤੂੰ ਮੈਂ ਕੁਛ ਨਹੀਂਗਾ, ਜੋ ਮਰਜੀ, ਨਾ ਕੋਈ ਰੰਗ, ਨਾ ਜਾਤ, ਨਾ ਪਾਤ, ਜੋ ਦਿਲ ਖੋਲ ਕੇ ਪਰਮੇਸ਼ਵਰ ਯਿਸੂ ਮਸੀਹ ਜੀ ਨੂੰ ਐਕਸੈਪਟ ਕਰ ਲਵੇ ਇਹ ਉਹਦਾ ਬਣ ਜਾਂਦਾ ਹੈ। ਆਮੇਨ, ਹਾਲੇਲੂਇਆ। ਪਰਮੇਸ਼ਵਰ ਦਾ ਧੰਨਵਾਦ ਕਰਦੇ ਆ। ਇੱਕ ਦਿਨ ਬਸ ਇਦਾਂ ਹੀ ਸ਼ਾਇਦ ਦੇ ਵਿੱਚ ਹੀ ਅਸੀਂ ਆਪਣੇ ਆਪ ਨੂੰ ਪਾਇਆ ਵੱਡੇ 10,000 ਲੋਕਾਂ ਦੇ ਆਊਟਡੋਰ ਕਰੂਸੇਡ ਦੇ ਵਿੱਚ, ਹੱਥ ਚੱਕੇ ਹੋਏ ਦੂਜਿਆਂ ਨੂੰ ਦੇਖ ਕੇ ਵੀ ਉਹਨਾਂ ਨੇ ਚੱਕੇ ਨੇ ਅਸੀਂ ਵੀ ਚੱਕ ਲਈਏ, ਕਿਉਂਕਿ ਆਪਾਂ ਤਾਂ ਪੁਰਾਣਿਆਂ ਧਰਮਾਂ 'ਚ ਜਿੱਧਰੋਂ ਆਏ ਆ ਉਦੋਂ ਆਪਾਂ ਆਏ ਨਹੀਂ ਸੀ ਨਾ ਕਰਦੇ, ਆਪਾਂ ਹੋਰ ਆਪਣੇ ਸੀਗੇ। ਪਰ ਅਸੀਂ ਦੇਖਿਆ ਦੂਜਿਆਂ ਦੇ ਹੱਥ ਚੱਕੇ ਹੋਏ ਨੇ ਤੇ ਅਸੀਂ ਵੀ ਹੱਥ ਚੱਕ ਕੇ ਖੜੇ ਆ। 10,000 ਲੋਕਾਂ ਦੇ ਕਰੂਸੇਡ ਦੇ ਵਿੱਚ ਬਾਹਰ ਆਊਟਡੋਰ 10,000, ਮਤਲਬ ਵੀ ਉੱਥੇ ਜਦੋਂ ਅਸੀਂ ਆਪਣੇ ਆਪ ਨੂੰ ਇੱਕ ਦਿਨ ਪਾਇਆ ਤੇ ਉੱਥੇ ਪਾਸਟਰ ਕਾਰਲੋਸ ਅਨਾਕੋਂਦੀਆ ਜਿਹੜੇ ਇੱਕ ਬਹੁਤ ਹੀ ਵੱਡੇ ਇਵੈਂਜਲਿਸਟ ਨੇ, ਉਹਨਾਂ ਦੀ ਮੀਟਿੰਗ ਚੱਲ ਰਹੀ ਆ। ਉੱਥੇ ਅਸੀਂ ਖੜੇ ਆ ਸਾਰੇ ਲੋਕਾਂ ਦੇ ਵਿੱਚ ਹੱਥ ਚੱਕੀ। ਅਸੀਂ ਹੈਰਾਨ ਸੀਗੇ ਇਹ ਦੇਖ ਕੇ ਵੀ ਉੱਥੇ ਕੀ ਹੋ ਰਿਹਾ ਆ। ਅਸੀਂ ਹੈਰਾਨ ਸੀਗੇ ਮਤਲਬ ਵੀ ਸੁਣ ਕੇ ਉਹ ਟੈਸਟਮਨੀਆਂ ਜਿਹੜੀਆਂ ਉੱਥੇ ਲੋਕ ਦੇ ਰਹੇ ਸੀਗੇ। ਅਸੀਂ ਹੈਰਾਨ ਸੀਗੇ
ਦੇਖ ਕੇ ਵੀ ਕਿੱਦਾਂ ਲੋਕਾਂ ਚੋਂ ਬਦਰੂਹਾਂ ਨਿਕਲ ਰਹੀਆਂ ਸੀਗੀਆਂ, ਕਿੱਦਾਂ ਲੋਕ ਚੀਕਾਂ ਮਾਰ ਰਹੇ ਸੀਗੇ ਉੱਥੇ 10,000 ਚੋਂ ਪਾਸਟਰ ਜੀ ਪ੍ਰੇਅਰ ਕਰਦੇ ਸੀਗੇ, ਉੱਥੇ ਹੀ 10,000 ਚੋਂ 100 ਬੰਦਾ ਡਿੱਗ ਪਿਆ ਇੱਕ ਵਾਰੀ ਬਸ ਫਲੋਰ ਤੇ ਸਿੱਧਾ ਹੀ, ਤੇ ਉਹਨਾਂ ਚੋਂ ਬਦਰੂਹਾਂ ਨਿਕਲ ਰਹੀਆਂ। ਫਿਰ ਉਹਨਾਂ ਦੇ ਜਿਹੜੇ ਅਸ਼ਰਸ ਸੀਗੇ ਉਹ ਅੰਦਰ ਟੈਂਟ 'ਚ ਲੈ ਕੇ ਜਾਂਦੇ ਸੀ, ਉਹਨਾਂ ਨੂੰ ਬਸ ਲੈ ਜਾਂਦੇ ਸੀ ਇੱਦਾਂ ਇੰਨੀ ਪਾਵਰਫੁਲ। ਤੇ ਅਸੀਂ ਕਹਿੰਦੇ ਸੀ ਹੋ ਕੀ ਰਿਹਾ ਆ, ਅਸੀਂ ਕਦੇ ਨਹੀਂ ਸੀ ਦੇਖਿਆ ਇਹ ਸਭ ਕੁਝ ਆਪਣੀ ਜ਼ਿੰਦਗੀ ਦੇ ਵਿੱਚ। ਸਾਡੇ ਲਈ ਮਤਲਬ ਇਹ ਬਹੁਤ ਹੀ ਅਜੀਬ ਸਾਰਾ ਕੁਝ ਹੋ ਰਿਹਾ ਸੀ। ਹਾਂ, ਇੰਡੀਆ ਦੇ ਵਿੱਚ ਇੱਕ ਉੱਥੇ ਜਲੰਧਰ ਨੇੜੇ 'ਚ ਇੱਕ ਕੈਥੋਲਿਕ ਚਰਚ ਸੀਗਾ, ਅਸੀਂ ਉਹਦੇ ਅੰਦਰ ਕਦੇ ਨਹੀਂ ਸੀ ਬੜੇ। ਉੱਥੋਂ ਦੀ ਜਿੱਦਾਂ ਕਹ ਲਓ ਸਾਈਕਲ ਤੇ ਸਕੂਲ ਨੂੰ ਜਾਈਦਾ ਸੀ ਤਾਂ ਉੱਥੋਂ ਦੀ ਮੋੜਦੇ ਹੁੰਦੇ ਸੀ, ਹੈ ਨਾ। ਬਸ ਉਸ ਤੋਂ ਬਾਅਦ ਅਸੀਂ ਕਦੇ ਨਹੀਂ ਸੀ ਸੁਣਿਆ, ਕਦੇ ਨਹੀਂ ਸੀ ਪਤਾ ਵੀ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ। ਉਹਨਾਂ ਦਿਨਾਂ 'ਚ ਆਹ ਟੀਵੀ ਦੇ ਕਰੂਸੇਡ ਵਗੈਰਾ ਨਹੀਂ ਸੀ ਨਾ ਹੁੰਦੇ, ਤਾਂ ਕਰਕੇ ਆਪਾਂ ਕਦੇ ਦੇਖਿਆ ਵੀ ਨਹੀਂ ਸੀਗਾ। ਅਸੀਂ ਹੈਰਾਨ ਸੀਗੇ ਉਹ ਸੁਣ ਕੇ, ਜੋ ਉਹ ਪ੍ਰੀਚਰ ਜਿਹੜਾ ਹੈਗਾ ਆ ਉਹ ਕਹਿ ਰਿਹਾ ਸੀ। ਉਹ ਕੀ ਕਹਿ ਰਿਹਾ ਸੀਗਾ? ਉਹ ਕਹਿ ਰਿਹਾ ਸੀਗਾ ਕਿ ਤੁਸੀਂ ਆਪਣੀ ਪਵਿੱਤਰ ਆਤਮਾ ਦਾ ਸਿਰਫ ਜੇ ਤੁਸੀਂ ਵਿਸ਼ਵਾਸ ਕਰੋ, ਆਪਣਾ ਦਿਲ ਖੋਲੋ ਤੇ ਪ੍ਰਭੂ ਯਿਸੂ ਮਸੀਹ ਜੀ ਨੂੰ ਐਕਸੈਪਟ ਕਰੋ, ਤਾਂ ਤੁਸੀਂ ਦੇਖਿਓ ਤੁਹਾਡੀਆਂ ਜ਼ਿੰਦਗੀਆਂ ਬਦਲ ਜਾਂਦੀਆਂ। ਅਸੀਂ ਕਹਿੰਦੇ ਸੀ ਇਦਾਂ ਕਿੱਦਾਂ ਹੋ ਸਕਦਾ ਆ? ਫਿਰ ਉਹੀ ਗੱਲ ਹੋ ਗਈ, ਅਸੀਂ ਕਿਹਾ ਸ਼ਾਇਦ ਮੇਰੇ ਡੈਡੀ ਪੀਣੀ ਬੰਦ ਕਰ ਦੇਣ, ਸ਼ਾਇਦ ਇਹੀ ਆ, ਸ਼ਾਇਦ ਜੋ ਇਹ ਪਾਸਟਰ ਕਹਿ ਰਿਹਾ ਆ ਕਿ ਤੁਹਾਡੀਆਂ ਜ਼ਿੰਦਗੀਆਂ ਬਦਲ ਸਕਦੀਆਂ ਨੇ ਸਿਰਫ ਜੇ ਤੁਸੀਂ ਵਿਸ਼ਵਾਸ ਕਰੋ, ਹੈ। ਤੇ ਅਸੀਂ ਮਤਲਬ ਸਾਡੇ ਅੰਦਰ ਇੱਕ ਲਾਈਟ ਜੀ ਜਗੀ ਵੀ ਮਤਲਬ ਵੀ ਕੁਝ ਨਹੀਂ ਜਾਂਦਾ, ਆਪਾਂ ਕਰਕੇ ਦੇਖ ਲੈਂਦੇ ਆ। ਹਾਲੇਲੂਇਆ। ਅਜੀਬੋ ਗਰੀਬ ਮਤਲਬ ਵੀ ਜੋ ਵੀ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਉਦੋਂ ਹੋਇਆ। ਆਮੇਨ। ਸਾਰਿਆਂ ਨੂੰ ਮੋਸਟਲੀ ਮੇਰੀ ਟੈਸਟਮਨੀ ਦਾ ਪਤਾ ਹੈਗਾ, ਪਰ ਆਪਾਂ ਛੇਤੀ ਥੋੜੀ ਜਿਹੀ ਰਿਵਿਊ ਕਰਦੇ ਹੈਗੇ ਆ। ਜਦੋਂ ਵੀ ਮੈਂ ਆਪਣੀ ਟੈਸਟਮਨੀ ਦੀ ਗੱਲ ਕਰਦੀ ਹਾਂ, ਜਦੋਂ ਅਸੀਂ ਪਰਮੇਸ਼ਵਰ ਦੇ ਵਿੱਚ ਆ ਗਏ ਸੀਗੇ, ਜਦੋਂ ਵੀ ਮੈਂ ਉਸ ਚੀਜ਼ ਦੀ ਗੱਲ ਕਰਦੀ ਹਾਂ, ਜਦੋਂ ਮੈਂ ਵਚਨ ਲਿਖ ਰਹੀ ਸੀਗੀ, ਹੈ ਨਾ, ਉਦੋਂ ਉਹ ਸਾਰਾ ਕੁਝ ਫਿਰ ਵਾਓ, ਇੱਦਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਨਾਲ ਦਿਲ ਬੋਡੀ ਸਾਰੀ ਜਿੱਦਾਂ ਕਹਿ ਲਓ ਵੀ ਸ਼ੇਕ ਹੋ ਰਹੀ ਸੀਗੀ ਵੀ ਵਾਓ, ਛੂ ਪਰਮੇਸ਼ਵਰ ਦਾ ਜਿਹੜਾ ਮਿਲਿਆ ਸੀਗਾ ਉਹ ਉਹਨਾਂ ਦਿਨਾਂ ਦੇ ਵਿੱਚ, ਜਿਹਦੇ ਕਰਕੇ ਅੱਜ ਆਪਾਂ ਇੱਥੇ ਖੜੇ ਆ। ਆਮੇਨ, ਹਾਲੇਲੂਇਆ। ਪਰਮੇਸ਼ਵਰ ਦਾ ਧੰਨਵਾਦ ਕਰਦੇ ਆ, ਪਰਮੇਸ਼ਵਰ ਦਾ ਹੀ ਧੰਨਵਾਦ ਕਰਦੇ ਆ। ਹਾਲੇਲੂਇਆ। ਉਹ ਬਰਕਤਾਂ ਦਾ, ਉਹ ਜੋ ਵੀ ਕੁਝ ਪਰਮੇਸ਼ਵਰ ਨੇ ਆਪਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਦਿੱਤਾ, ਜਿੱਦਾਂ ਕਰਕੇ ਜ਼ਿਆਦਾ ਕਰਕੇ ਲੋਕਾਂ ਨੂੰ ਪਤਾ ਹੈ, ਸਾਰੇ ਭੈਣ ਭਰਾਵਾਂ ਨੂੰ ਪਤਾ ਹੈਗਾ ਆ ਕਿ ਮੇਰੇ ਡੈਡੀ ਇੰਡੀਅਨ ਆਰਮੀ ਦੇ ਵਿੱਚ ਮੇਜਰ ਸੀਗੇ, ਹੈ ਨਾ। ਤੇ ਇੰਡੀਅਨ ਆਰਮੀ ਦੇ ਵਿੱਚ ਮੇਜਰ ਹੋਣ ਦਾ ਮਤਲਬ ਹੈਗਾ ਆ ਕਿ ਸ਼ਰਾਬ ਦੀ ਕੋਈ ਕਮੀ ਨਹੀਂ। ਸੋ ਇਹ ਸਭ ਤੋਂ ਵੱਡਾ ਮਤਲਬ ਹੈਗਾ ਆ, ਕਿਉਂਕਿ ਜਦੋਂ ਕੋਈ ਆਰਮੀ ਦੇ ਵਿੱਚ ਉੱਥੇ ਹੁੰਦਾ ਆ, ਤੇ ਸਪੈਸ਼ਲੀ ਜੇ ਕੋਈ ਵਧੀਆ ਰੈਂਕ ਤੇ ਹੋਵੇ ਤਾਂ ਕੋਈ ਕੰਮ ਕਰਾਉਣਾ ਆ, ਹੈ ਉੱਥੇ ਆਏ ਥੋੜੀ ਵੀ ਲੱਡੂ ਜਲੇਬੀਆਂ ਦਾ ਬਕਸਾ ਫੜਾ ਜੋ, ਉੱਥੇ ਤਾਂ ਸਿੱਧਾ ਹੀ ਜਿਹੜੀ ਹਾਰਡ ਲਿਕਵਰ ਹੈਗੀ ਆ ਉਹਦਾ ਬਕਸਾ। ਮੈਂ ਤਾਂ ਇੱਥੇ ਹੀ ਤਾਂ ਮੈਂ ਕਦੇ ਦੇਖਿਆ ਹੀ ਨਹੀਂ ਬਕਸੇ ਏਡੇ ਵੇਖਿਆ। ਵਾਹ, ਉੱਥੇ ਮਤਲਬ ਵੀ ਸਟੋਰ ਰੂਮ ਹੀ ਸੀਗਾ, ਬਕਸਾ ਫੜਾਤਾ। ਡੈਡੀ ਨੇ ਜੋ ਸਵੇਰੇ ਉੱਠਣਾ, ਸਵੇਰ ਤੋਂ ਲੈ ਕੇ ਸ਼ੁਰੂ ਹੋ ਜਾਣੀ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਜਦੋਂ ਛੁੱਟੀਆਂ 'ਚ ਸਾਡੇ ਕੋਲੇ ਹੁੰਦੇ ਸੀਗੇ ਬਸ ਆਹੀ ਹੁੰਦਾ ਸੀ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਇੰਨੀ ਜ਼ਿਆਦਾ ਬਹੁਤ ਪ੍ਰੋਬਲਮ ਸ਼ੁਰੂ ਹੋ ਗਈ, ਬਹੁਤ ਜ਼ਿਆਦਾ ਲੜਾਈਆਂ ਘਰ ਦੇ ਵਿੱਚ ਸ਼ੁਰੂ ਹੋ ਗਈਆਂ। ਅਸੀਂ ਛੋਟੇ ਸੀਗੇ ਉਦੋਂ, ਅਸੀਂ ਦੇਖਦੇ ਸੀ ਵੀ ਇਹ ਕੀ ਹੋ ਰਿਹਾ, ਲੜਾਈਆਂ ਵੀ, ਇੱਕ ਦੂਜੇ ਨੂੰ ਮਤਲਬ ਝਗੜੇ ਵੀ ਹੋਣੇ ਲੱਗ ਗਏ। ਹਰ ਵੇਲੇ ਅਸੀਂ ਜਿੱਦਾਂ ਕਹਿ ਲਓ ਕੌਨਸਟੈਂਟ ਫੀਅਰ, ਸਾਡੇ ਅੰਦਰ ਡਰ ਬੈਠ ਗਿਆ ਸੀ ਵੀ ਹੁਣ ਵੀ ਡਾਂਟ ਪਊਗੀ, ਹੁਣ ਵੀ ਨਾ ਕੋਈ ਦੋਸਤ ਮਿੱਤਰ ਸੀ, ਕਿਉਂਕਿ ਐਂ ਲੱਗਦਾ ਸੀ ਵੀ ਅਗਲਿਆਂ ਨੂੰ ਕੀ ਘਰੇ ਬੁਲਾਉਣਾ ਆ, ਹੈ ਨਾ, ਵੀ ਜਲੂਸ ਹੀ ਕਢਾਉਣਾ ਆ, ਜਿੱਦਾਂ ਕਹਿ ਲਓ। ਕਿਸੇ ਨੂੰ ਬੁਲਾਉਂਦੇ ਨਹੀਂ ਸੀ, ਅਸੀਂ ਛੋਟੇ ਸੀ, ਅਸੀਂ ਕਦੇ ਨਹੀਂ ਕਿਸੇ ਨੂੰ ਬੁਲਾਇਆ ਸੀਗਾ ਸਾਡੇ ਘਰੇ, ਹੈ ਨਾ। ਤੇ ਉਸ ਤੋਂ ਸਾਰਾ ਕੁਝ ਇੰਨਾ ਜ਼ਿਆਦਾ ਹੋ ਗਿਆ, ਤੇ ਡੈਡੀ ਦੀ ਜਿਹੜੀ ਸ਼ਰਾਬ ਦੀ ਐਡਿਕਸ਼ਨ ਹੈ ਇਹ ਵੱਧਦੀ ਗਈ। ਤੇ ਅਸੀਂ ਹਰ ਥਾਂ ਤੇ ਜਾ ਕੇ ਦੇਖਿਆ, ਤੁਸੀਂ ਨਾ ਲੈ ਦਿਓ ਬਸ ਅਸੀਂ ਉੱਥੇ ਗਏ ਹੋਵਾਂਗੇ। ਕਹਿਣ ਕਿ ਕਿਸੇ ਤਰੀਕੇ ਦੇ ਨਾਲ ਡੈਡੀ ਦੀ ਸ਼ਰਾਬ ਛੁੱਟ ਜਾਵੇ, ਕਿਸੇ ਤਰੀਕੇ ਦੇ ਨਾਲ ਡੈਡੀ ਦੀ ਸ਼ਰਾਬ ਛੁੱਟ ਜਾਵੇ। ਅਸੀਂ ਜਿੱਦਾਂ ਕਹਿ ਲਓ ਵੀ ਆਤਮ ਹੱਤਿਆ ਤੱਕ ਵੀ ਟਰਾਈਆਂ ਕੀਤੀਆਂ ਹੈ, ਪਰ ਜਿਹਨੂੰ ਪਰਮੇਸ਼ਰ ਨੇ ਬਚਾਉਣਾ ਆ ਉਹਨੂੰ ਤਾਂ ਮਤਲਬ ਵੀ ਕੁਝ ਹੋ ਨਹੀਂ ਨਾ ਸਕਦਾ ਹੈ। ਹਾਲੇਲੂਇਆ। ਪਰ ਟਰਾਈਆਂ ਨਾਕਾਮ ਹੋਈਆਂ, ਪਰ ਕੀਤੀਆਂ ਅਸੀਂ ਟਰਾਈਆਂ। ਉਸ ਤੋਂ ਬਾਅਦ ਰਾਤ ਦੀਆਂ ਚੌਂਕੀਆਂ, ਅਸੀਂ ਸਭ ਕੁਝ ਕਰਕੇ ਦੇਖਿਆ ਕਿ ਮੇਰੇ ਡੈਡੀ ਦੀ ਸ਼ਰਾਬ ਛੁੱਟ ਜੂਵੇ। ਜਿੱਦਾਂ ਕਹਿੰਦੇ ਆ ਵੀ ਹਰ ਦਰ ਤੇ ਅਸੀਂ ਸਿਰ ਝੁਕਾ ਕੇ ਦੇਖਿਆ। ਇਹ ਇੱਕ ਕਿਸੇ ਨੇ ਕਿਹਾ ਹੈਗਾ ਆ, ਹੁਣ ਪਤਾ ਲੱਗਦਾ ਆ,
ये सर है अमानत यीशु की, दर दर पे झुकाया नहीं जाता। आमेन, हालेलुया। उदों नहीं सी पता, ਇਹ ਅਸੀਂ ਸਾਰੇ ਪਾਸੇ ਧਰਦੇ ਫਿਰਦੇ ਸੀ ਸਰ ਆਪਣਾ। ਹੁਣ ਪਤਾ ਲੱਗਦਾ ਇਹ ਸਰ ਪਰਮੇਸ਼ਵਰ ਦੀ ਅਮਾਨਤ ਆ, ਇਹ ਹਰ ਦਰ ਤੇ ਨਹੀਂ ਝੁਕਾਇਆ ਜਾਂਦਾ, ਸਿਰਫ ਤੇ ਸਿਰਫ ਪਰਮੇਸ਼ਵਰ ਯਿਸੂ ਮਸੀਹ ਜੀ ਦੇ ਅੱਗੇ ਹੀ ਝੁਕਦਾ ਆ। ਉਦੋਂ ਹੀ ਉਹਨੂੰ ਪਤਾ ਲੱਗਦਾ ਆ ਕਿ ਤੁਸੀਂ ਉਹਦੇ ਹੋ। ਜੇ ਸਾਰੇ ਪਾਸੇ ਝੁਕਦਾ ਆ ਤੇ ਉਹਨੂੰ ਨਹੀਂ ਪਤਾ ਵੀ ਤੁਸੀਂ ਉਹਦੇ ਹੋ। ਤੁਹਾਡੀ ਜ਼ਿੰਦਗੀ 'ਚ ਕੰਮ ਕਰਨੇ ਹੋਣੇ ਸ਼ੁਰੂ ਨਹੀਂ ਹੋ ਸਕਦੇ, ਕਿਉਂਕਿ ਤੁਸੀਂ ਤਾਂ ਦਰ ਦਰ ਤੇ ਸਰ ਝੁਕਾ ਰਹੇ ਹੋ। ਆਮੇਨ। ਤੇ ਜਦੋਂ ਤੁਸੀਂ ਸਾਰਾ ਕੁਝ ਛੱਡ ਕੇ ਪਰਮੇਸ਼ਰ ਨੂੰ ਕਹਿੰਦੇ ਹੋ, ਪਰਮੇਸ਼ਰ ਖਤਮ ਹੁਣ ਸਭ ਕੁਝ, ਪਿਛਲਾ ਖਤਮ ਸਭ ਕੁਝ, ਹੁਣ ਤੋਂ ਮੈਂ ਸਿਰਫ ਤੇ ਸਿਰਫ ਤੇਰੇ ਅੱਗੇ ਸਰ ਝੁਕਾਉਣਾ ਆ, ਉਦੋਂ ਤੁਸੀਂ ਦੇਖੋਗੇ ਕਿੱਦਾਂ ਪਰਮੇਸ਼ਰ ਦੀ ਬਰਕਤ ਆਉਂਦੀ ਆ, ਕਿੱਦਾਂ ਕੰਮ ਹੋਣੇ ਸ਼ੁਰੂ ਹੁੰਦੇ ਆ। ਪਰ ਆਪਾਂ ਤਾਂ ਨਹੀਂ ਛੱਡਣਾ ਕਿਉਂਕਿ ਵੀ ਅਸੀਂ ਕਹਿੰਦੇ ਆ ਵੀ ਸਾਡੇ ਕੰਮ ਹੋਣੇ ਸ਼ੁਰੂ ਹੋ ਜਾਣ, ਆਪਾਂ ਤਾਂ ਛੱਡਣਾ ਆ ਕਿਉਂਕਿ ਸਾਡਾ ਦਿਲ ਉਹਦੇ ਨਾਲ ਲੱਗ ਗਿਆ। ਆਮੇਨ। ਇਹ ਸਭ ਤੋਂ ਵੱਡੀ ਚੀਜ਼ ਆ। ਆਮੇਨ, ਹਾਲੇਲੂਇਆ। ਤੇ ਉਸ ਤੋਂ ਬਾਅਦ ਡੈਡੀ ਦੀ ਸ਼ਰਾਬ ਦੀ ਹਾਲਤ ਹੋਰ ਜ਼ਿਆਦਾ ਖਰਾਬ ਹੁੰਦੀ ਰਹੀ। ਸ਼ਾਇਦ ਅੱਜ ਆਪਾਂ ਜਿਹੜੇ ਸਾਰੇ ਇੱਥੇ ਬੈਠੇ ਆ, ਕਿਸੇ ਨਾ ਕਿਸੇ ਦੀ ਜ਼ਿੰਦਗੀ ਦੇ ਵਿੱਚ ਇਹ ਕੰਮ ਕੁਛ ਨਾ ਕੁਛ ਹੋ ਰਿਹਾ ਹੋਵੇ। ਜ਼ਰੂਰੀ ਨਹੀਂ ਸ਼ਰਾਬ ਦੀ, ਸ਼ਾਇਦ ਕੋਈ ਦੁਆ ਕਰ ਰਿਹਾ ਕਿਸੇ ਹੋਰ ਦੀ ਸ਼ਰਾਬ ਦੀ ਐਡਿਕਸ਼ਨ ਛੁਡਾਉਣ ਦੇ ਲਈ, ਜਾਂ ਹੋ ਸਕਦਾ ਆ ਕਿਸੇ ਦੀ ਆਹ ਪ੍ਰੋਬਲਮ ਹੈਗੀ ਆ ਵੀ ਕੋਈ ਡਿਪਰੈਸ਼ਨ ਦੇ ਵਿੱਚ ਆ, ਕਿਸੇ ਦੇ ਲਈ ਦੁਆ ਕਰ ਰਹੇ ਹੋ, ਜਾਂ ਕੋਈ ਹੋਰ ਇਸ਼ੂ ਆ। ਜੋ ਵੀ ਕੋਈ ਇਸ਼ੂ ਹੈਗਾ ਆ ਉਹ ਅੱਜ ਪਰਮੇਸ਼ਵਰ ਤੋੜ ਸਕਦਾ ਆ। ਕਿਉਂ? ਕਿਉਂਕਿ ਅੱਜ ਕੱਲ ਹਮੇਸ਼ਾ ਦੇ ਲਈ, ਤੇ ਜਿਹੜਾ ਕੱਲ ਲੰਘ ਗਿਆ, ਪਰਮੇਸ਼ਰ ਸੇਮ ਆ। ਜੋ ਉਹਨੇ ਸਾਡੀ ਜ਼ਿੰਦਗੀ ਦੇ ਵਿੱਚ ਕੀਤਾ ਹੈ, ਅਸੀਂ ਕੋਈ ਖਾਸ ਨਹੀਂ ਸੀਗੇ, ਹੈਨਾ। ਜੋ ਉਹਨੇ ਸਾਡੀ ਜ਼ਿੰਦਗੀ 'ਚ ਕੀਤਾ ਉਹ ਕਿਸੇ ਦੀ ਜ਼ਿੰਦਗੀ ਦੇ ਵਿੱਚ ਵੀ ਕਰ ਸਕਦਾ ਆ। ਆਮੇਨ। ਇਹ ਆਪਣਾ ਭਰੋਸਾ ਆ, ਮੇਰਾ ਭਰੋਸਾ ਆ, ਤੁਹਾਡਾ ਵੀ ਜੇ ਇਹ ਭਰੋਸਾ ਬਣੂਗਾ ਤੇ ਪਰਮੇਸ਼ਰ ਇਹ ਕੰਮ ਆਪਣੀ ਜ਼ਿੰਦਗੀ ਦੇ ਵਿੱਚ ਕਰ ਸਕਦਾ ਆ। ਹਾਲੇਲੂਇਆ। ਤੇ ਇੱਕ ਦਿਨ ਪਰਮੇਸ਼ਰ ਜਿਹੜਾ ਯੂਨੀਵਰਸ ਦਾ ਪਰਮੇਸ਼ਵਰ ਆ, ਇਸ ਜ਼ਮੀਨ ਅਸਮਾਨ ਨੂੰ ਬਣਾਉਣ ਵਾਲਾ ਪਰਮੇਸ਼ਵਰ ਆ, ਉਸ ਪਰਮੇਸ਼ਵਰ ਨੇ ਇੱਕ ਦਿਨ ਸਾਡੇ ਤੇ ਨਜ਼ਰ ਕੀਤੀ। ਇੱਕ ਦਿਨ ਸਾਡੇ ਤੇ ਨਜ਼ਰ ਕੀਤੀ ਤੇ ਸਾਨੂੰ ਕਹਿੰਦਾ ਆ ਕਿ ਹੁਣ ਮੈਂ ਤੁਹਾਡਾ ਬਲੂਪ੍ਰਿੰਟ ਤਿਆਰ ਕਰਨ ਲੱਗਿਆ ਆ। ਤੇ ਉਹ ਕਹਿੰਦਾ ਆ, ਬੱਚਿਓ ਆਪਣੇ ਬੈਗ ਪੈਕ ਕਰੋ, ਰੈਡੀ ਫॉर ਜਰਨੀ, ਹੈ ਨਾ। ਪਰਮੇਸ਼ਰ ਸਾਨੂੰ ਕਹਿੰਦਾ ਹੁਣ ਤੁਸੀਂ ਆਪਦੇ ਬੈਗ ਪੈਕ ਕਰੋ। ਸਾਰਾ ਕੁਝ ਕਿੱਦਾਂ ਕੀ ਹੋਈ ਜਾ ਰਿਹਾ ਸੀਗਾ, ਸਾਨੂੰ ਕੁਝ ਨਹੀਂ ਸਮਝ ਰਿਹਾ। ਬੈਗ ਪੈਕ ਕਰੋ, ਚੱਲੋ, ਕਿੱਥੇ ਨੂੰ ਚੱਲੋ, ਕਿੱਧਰ ਨੂੰ ਚੱਲੋ, ਨਾ ਤਾਂ ਸਾਨੂੰ ਕੁਝ ਸਮਝ ਆ ਰਹੀ ਸੀਗੀ। ਜਦੋਂ ਸਾਰਾ ਕੁਝ ਹੋਇਆ, ਜੋ ਵੀ ਕੁਝ ਹੋਇਆ, ਜਦੋਂ ਵੀ ਹੋਇਆ, ਤੇ ਉਸ ਤੋਂ ਬਾਅਦ ਅਸੀਂ ਦੇਖਿਆ ਵੀ ਅਸੀਂ ਬੈਠ ਗਏ ਜਹਾਜ਼ ਦੇ ਵਿੱਚ ਜਾਣ ਲਈ, ਹੈ ਨਾ। ਤੇ ਛੋਟੇ ਹੁੰਦੇ ਤੋਂ ਅਸੀਂ ਹਮੇਸ਼ਾ ਆਹ ਸੁਣਿਆ ਸੀਗਾ ਵੀ ਆਪਾਂ ਕੈਨੇਡਾ ਜਾਣਾ ਆ, ਆਪਾਂ ਕੈਨੇਡਾ ਜਾਣਾ ਆ। ਕਿਉਂ? ਕਿਉਂਕਿ ਸਾਡੀ ਫੈਮਿਲੀ ਕੈਨੇਡਾ 'ਚ ਆ, ਹੈ ਨਾ। ਮਾਮਾ ਜੀ ਹੁਣੀ ਕੈਨੇਡਾ 'ਚ ਨੇ, ਆਏ ਸੀਗਾ ਵੀ ਉਹਨਾਂ ਨੇ ਅਪਲਾਈ ਕਰਨਾ, ਉਹਨਾਂ ਨੇ ਬੁਲਾਉਣਾ ਆ ਤਾਂ ਆਪਾਂ ਕੈਨੇਡਾ ਜਾਣਾ। ਛੋਟੇ ਹੁੰਦੇ ਤੋਂ ਵੀ ਕੈਨੇਡਾ ਦਾ, ਜਿੱਦਾਂ ਕਹਿੰਦੇ ਕੈਨੇਡਾ ਦਾ ਭੂਤ ਸਵਾਰ ਸੀਗਾ। ਪਰ ਪਰਮੇਸ਼ਰ ਦੀ ਦਇਆ ਤੇ ਕਿਰਪਾ ਦੇ ਨਾਲ ਅੱਜ ਅਸੀਂ ਕੈਨੇਡਾ 'ਚ ਹੀ ਹਾਂ। ਸਾਰੀ ਮਹਿਮਾ ਗਲੋਰੀ ਉਹਨੂੰ ਦਿੰਦੇ ਆ। ਪਰ ਕਿੱਧਰ ਧੱਕੇ ਖਾ ਕੇ ਆਏ ਉਹ ਅੱਡ ਗੱਲ ਆ, ਹੈ ਨਾ। ਤੇ ਅਸੀਂ ਪਹੁੰਚ ਗਏ ਕੈਨੇਡਾ ਦੇ ਵਿੱਚ। ਪਰ ਜਦੋਂ ਅਸੀਂ ਜਹਾਜ਼ ਦੇ ਵਿੱਚ ਬੈਠੇ ਤੇ ਅਸੀਂ ਜਾ ਰਹੇ ਹੈਗੇ ਆ ਇੱਕ ਅਨਨੋਨ ਪਲੇਸ ਨੂੰ, unknown country, unknown language, unknown culture, unknown food. No ਰੋਟੀਆਂ, no ਲੈਮ ਕਰੀ, no ਆਲੂ ਦੇ ਪਰੌਂਠੇ, ਕੁਛ ਨਹੀਂ। ਹੋਰ ਹੀ ਕਿਤੇ ਪਹੁੰਚ ਗਏ। ਕਿੱਥੋਂ ਇੰਡੀਆ ਤੋਂ ਚੱਲੇ ਅਸੀਂ, ਕਿੱਥੇ ਪਹੁੰਚ ਗਏ। ਜਦੋਂ ਅਸੀਂ ਉੱਥੇ ਪਹੁੰਚੇ ਤਾਂ ਉਹ ਥਾਂ ਸੀਗੀ ਬੋਲੀਵੀਆ, ਸਾਊਥ ਅਮਰੀਕਾ ਦੇ ਵਿੱਚ, ਹੈ। ਬੋਲੀਵੀਆ ਸਾਊਥ ਅਮਰੀਕਾ ਦੇ ਵਿੱਚ ਕਦੇ ਨਹੀਂ ਸੀ ਨਾਂ ਸੁਣਿਆ, ਹੈ। ਜਿਓਗ੍ਰਾਫੀ 'ਚ ਤਾਂ ਵੈਸੇ ਵੀ ਨਹੀਂ ਸੀਗੇ ਬਹੁਤ ਹੁਸ਼ਿਆਰ ਸੀਗੇ, ਮਸਾਂ ਹੀ ਜਿਹੜੇ ਨੇੜੇ ਦੇ ਕੰਟਰੀ ਸੀ ਬਸ ਉਹਨਾਂ ਦਾ ਹੀ ਪਤਾ ਸੀ। ਸੋ ਬੋਲੀਵੀਆ ਸਾਊਥ ਅਮਰੀਕਾ, ਇਹ ਤਾਂ ਕੈਨੇਡਾ ਦੇ ਨੇੜੇ ਤੇੜੇ ਨਹੀਂਗਾ। ਇਹ ਅਸੀਂ ਕਿੱਥੇ ਚੱਲ ਗਏ, ਕਿੱਥੇ ਪਹੁੰਚ ਗਏ। ਉਸ ਤੋਂ ਬਾਅਦ ਜਦੋਂ ਅਸੀਂ ਉੱਥੇ ਪਹੁੰਚੇ, ਅਸੀਂ ਕਿਹਾ ਚਲੋ ਜਿੱਦਾਂ ਵੀ ਕਰ ਕੇ ਐਡਜਸਟ ਕਰ ਲਾਂਗੇ, ਹੈ ਨਾ, ਵੀ ਐਡਜਸਟ ਕਰ ਲਾਂਗੇ। ਚਲੋ ਜੋ ਵੀ ਆ, ਨਿਕਲ ਗਏ ਇੰਡੀਆ 'ਚੋਂ, ਚਲੋ ਜੋ ਵੀ ਕੁਛ ਹੈਗਾ ਵੀ ਐਡਜਸਟ ਕਰ ਲਾਂਗੇ। ਜਦੋਂ ਅਸੀਂ ਉੱਥੇ ਪਹੁੰਚੇ, ਸਾਡੀ ਜਿੱਦਾਂ ਕਹਿ ਲਓ ਵੀ ਅਮੇਜ਼ਮੈਂਟ ਨੂੰ, ਸਾਡੀ ਹੈਰਾਨੀ ਜਿਹੜੀ ਸਾਨੂੰ ਉਹ ਹੋਈ ਕਿ ਜਿੱਦਾਂ ਅਸੀਂ ਇੰਡੀਆ 'ਚ ਸੀਗੇ ਨਾ, ਅਸੀਂ ਉਹ ਤੋਂ ਵੀ ਜ਼ਿਆਦਾ ਗਵਾਚੇ ਹੋਏ ਫੀਲ ਕਰ ਰਹੇ ਸੀ ਉੱਥੇ। ਅਸੀਂ ਉਹ ਤੋਂ ਵੀ ਜ਼ਿਆਦਾ ਇੰਡੀਆ ਦੇ ਵਿੱਚ ਕੋਈ ਦੁੱਖ ਸੁੱਖ ਕਰਨ ਵਾਲਾ ਤਾਂ ਸੀਗਾ। ਇੰਡੀਆ 'ਚ ਪੰਜਾਬੀ 'ਚ ਕਿਸੇ ਨੇ ਕਹਿ ਤਾਂ ਸਕਦੇ ਸੀ ਭਾਈ ਡੈਡੀ ਬਹੁਤ ਪੀਂਦੇ ਨੇ, ਕੀ ਕਰੀਏ, ਹੈ ਨਾ। ਉੱਥੇ ਪਹੁੰਚ ਕੇ ਉੱਥੇ ਨਾ ਕਿਸੇ ਨੂੰ ਪੰਜਾਬੀ ਹਿੰਦੀ ਨਹੀਂ ਸੀ ਆਉਂਦੀ। ਹਾਂ, ਉੱਥੇ ਕਿਸੇ ਨੂੰ ਪੰਜਾਬੀ ਹਿੰਦੀ ਨਹੀਂ ਸੀ ਆਉਂਦੀ, ਉੱਥੇ ਕਿਸੇ ਨੂੰ ਇੰਗਲਿਸ਼ ਵੀ ਨਹੀਂ ਸੀ ਆਉਂਦੀ, ਤੇ ਸਾਨੂੰ ਸਪੈਨਿਸ਼ ਨਹੀਂ ਸੀ ਆਉਂਦੀ। ਤੇ ਮਤਲਬ ਵੀ ਤੁਸੀਂ ਪੁੱਛੋ ਨਾ, ਉੱਥੇ ਇਸ਼ਾਰੇ ਕਰ ਕਰਕੇ ਅਸੀਂ ਸਟੋਰ 'ਚੋਂ ਚੀਜ਼ਾਂ ਲੈਂਦੇ ਸੀ। ਕੁੱਕੜ ਕਰਕੇ ਅਸੀਂ ਉੱਥੋਂ ਚਿਕਨ ਖਰੀਦਦੇ ਸੀ।
चिकन दा अंडे भी सानू नहीं सी पता। सानू मतलब ये फनी आ पर लिटरली इदां होया। असी सच्ची तुसी जाके देखो जापान च जिथे जे किसी नू इंग्लिश ना आउंदी होवे तुसी उहनू कमे समझाना है भी मैनू भुख लगी है मैनू कुछ खाण नू दे, है ना। ते तुसी कह के देखो वेरी हार्ड मतलब भी परमेश्वर का धन्नवाद करदी हां। पर उस वेले परमेश्वर ने सानू ਉਹ ਚੀਜ਼ਾਂ ਚੋਂ ਕੱਢਿਆ। ਪਹਿਲਾਂ ਭਾਵੇਂ ਉੱਥੇ ਜਾ ਕੇ ਅਸੀਂ ਇੰਨੀ ਮੁਸੀਬਤ 'ਚ ਪਏ ਕਿ ਜਿਹੜਾ ਪਹਿਲਾ ਸਾਲ ਸੀਗਾ ਉਹ ਸਾਡਾ ਬੁਰਾ ਹਾਲ ਸੀਗਾ ਕਿਉਂਕਿ ਸਾਨੂੰ ਲੈਂਗੁਏਜ ਨਹੀਂ ਸੀ ਆਉਂਦੀ ਤੇ ਅਸੀਂ ਮਸੀਹੀ ਨਹੀਂ ਸੀਗੇ, ਪਰਮੇਸ਼ਵਰ ਨੂੰ ਨਹੀਂ ਸੀ ਜਾਣਦੇ। ਉੱਥੇ ਜੋ ਵੀ ਡੈਡੀ ਨਾਲ ਹੀ ਸੀਗੇ, ਸੋ ਆਏ ਨਹੀਂ ਸੀਗਾ ਵੀ ਦੂਜੀਆਂ ਮੁਸੀਬਤਾਂ ਆ ਗਈਆਂ ਤੇ ਪਹਿਲੀ ਮੁਸੀਬਤ ਘਰੇ ਛੱਡਿਆ ਨਹੀਂ, ਪਹਿਲੀ ਮੁਸੀਬਤ ਵੀ ਉਸ ਵੇਲੇ ਸਾਡੇ ਨਾਲ ਹੀ ਸੀ। ਡੈਡੀ ਸਾਡੇ ਨਾਲ ਹੀ ਸੀ, ਹੁਣ ਦੁੱਗਣੀ ਹੋ ਗਈ ਸੀਗੀ, ਹੈ ਨਾ। ਜੇ ਡੈਡੀ ਇਸ ਵੇਲੇ ਇੱਥੇ ਬੈਠੇ ਹੁੰਦੇ ਨਾ, ਡੈਡੀ ਨੇ ਇੰਨਾ ਹੱਸਣਾ ਸੀ ਨਾ, ਮੈਂ ਕਹਿੰਦੀ ਆ ਸੱਚੀ। ਜਿਹੜੇ ਡੈਡੀ ਨੂੰ ਜਾਣਦੇ ਨੇ ਉਹ ਜਾਣਦੇ ਨੇ ਕਿ ਉਹਨਾਂ ਦੇ ਚਿਹਰੇ ਤੋਂ ਮੁਸਕਾਨ ਨਹੀਂ ਸੀ ਕਦੇ ਜਾਂਦੀ ਹੈ। ਇਹ ਪਰਮੇਸ਼ਵਰ ਨੇ ਕੀਤਾ ਸਾਰਾ ਕੁਝ। ਮੈਂ ਹਾਲੇਲੂਇਆ। ਤੇ ਉਸ ਵੇਲੇ ਚਲੋ ਜੀ ਅਸੀਂ ਸਾਰਾ ਕੁਝ ਕਰਕੇ ਸਾਰਾ ਕੁਝ ਸ਼ੁਰੂ ਹੋਇਆ ਸਾਡੀ ਜ਼ਿੰਦਗੀ ਦੇ ਵਿੱਚ। ਸਪੈਨਿਸ਼ ਵੀ ਸਿੱਖਣ ਲੱਗ ਗਏ, ਹੋਰ ਵੀ ਜੋ ਕੁਝ ਪਰਮੇਸ਼ਵਰ ਸਾਨੂੰ ਪਲਾਨ ਦੇ ਮੁਤਾਬਿਕ ਕਰਨ ਲੱਗਿਆ ਸਾਰਾ ਕੁਝ ਉਹ ਅਸੀਂ ਕਰ ਲਿਆ। ਪਰਮੇਸ਼ਵਰ ਨੇ ਸਾਨੂੰ ਇੰਡੀਆ ਤੋਂ ਕੱਢਿਆ। ਪਰਮੇਸ਼ਵਰ ਨੇ ਏਡੀ ਵੱਡੀ ਚੀਜ਼ ਆ ਇੰਡੀਆ 'ਚ ਜਿਹੜੀ ਆ ਮੂਰਤੀ ਪੂਜਾ, ਹੈ ਨਾ। ਮੂਰਤੀ ਪੂਜਾ ਆ ਜਿਹੜੀ ਉਹ ਬਹੁਤ ਵੱਡੀ ਚੀਜ਼ ਆ। ਉਹਦੇ ਮੂਰਤੀ ਪੂਜਾ ਦੇ ਰਾਹੀਂ ਬਹੁਤ ਲੋਕਾਂ ਦੇ ਵਿੱਚ ਬਦਰੂਆਂ ਕੰਮ ਕਰਦੀਆਂ ਨੇ, है ना। ये ਆਪਾਂ एक्नॉलेज करिए ਜਾਂ ਨਾ ਕਰੀਏ, ਮਸੀਹੀ ਲੋਕ ਆਪਾਂ एक्नॉलेज ਕਰਦੇ ਆ, ਬਾਹਰਲੇ ਲੋਕ ਨਹੀਂ एक्नॉलेज ਕਰਦੇ। ਪਰ ਉਹਨਾਂ ਨੂੰ ਨਹੀਂ ਪਤਾ ਜੇ ਸਿਰਫ ਉਹ ਮੂਰਤੀ ਪੂਜਾ ਨੂੰ ਪਾਸੇ ਰੱਖਦੇ ਹਨ ਨਾ, ਇੱਕ ਵਾਰੀ ਮਾਫੀ ਮੰਗ ਲੈਣ ਪਰਮੇਸ਼ਵਰ ਤੋਂ, ਇੰਨੇ ਵੱਡੇ ਵੱਡੇ ਕੰਮ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੋ ਸਕਦੇ ਨੇ, ਹੈ ਨਾ। ਪਰਮੇਸ਼ਵਰ ਨੇ ਸਾਨੂੰ ਮੂਰਤੀ ਪੂਜਾ ਤੋਂ ਬਾਹਰ ਕੱਢਿਆ। ਪਰਮੇਸ਼ਵਰ ਨੇ ਸਾਨੂੰ ਸੁਪਰਸਟੀਸ਼ਨਸ ਜਿਹੜੀਆਂ ਵਹਿਮ ਕਰਨੇ, ਬਿੱਲੀ ਨੇ ਰਾਹ ਕੱਟਤਾ, ਆਹ ਧਾਗਾ ਬੰਨ ਲਓ ਨਹੀਂ ਤਾਂ ਆਏ ਹੋ ਜਾਣਾ ਆ, ਇਹ ਹੋ ਜਾਣਾ, ਕੁਛ ਨਹੀਂ। ਸਗੋਂ ਮਤਲਬ ਵੀ ਧਾਗਾ ਸਗੋਂ ਕੱਟੋ, ਕਿਉਂਕਿ ਧਾਗਾ ਤਾਂ ਬੰਧਨ ਥੋੜੀ। ਪਰਮੇਸ਼ਵਰ ਨੇ ਆਪਾਂ ਨੂੰ ਆਜ਼ਾਦ ਕੀਤਾ ਹਰ ਚੀਜ਼ ਤੋਂ। ਆਪਾਂ ਉਹ ਜਿਹੜੇ ਪੂਜਾ ਕਰਕੇ ਜਾਂ ਕੁਛ ਵੀ ਕਹਿ ਕੇ ਜਿਹੜੇ ਬੰਨ ਲੈਂਦੇ ਨੇ, ਉਹ ਆਪਾਂ ਮਤਲਬ ਆਪਣੀ ਜ਼ਿੰਮੇਵਾਰੀ ਆ, ਆਪਾਂ ਉਹਨਾਂ ਨੂੰ ਦੱਸੀਏ ਕਿ ਕੀ ਠੀਕ ਆ ਤੇ ਕਿਉਂ ਠੀਕ ਆ, ਮੈਂ ਤਾਂ ਕਰਕੇ ਉਹਨਾਂ ਨੂੰ ਇਹ ਚੀਜ਼ ਦੀ ਸਮਝ ਆਵੇ। ਤਾਂ ਸਾਨੂੰ ਮੂਰਤੀ ਪੂਜਾ ਚੋਂ ਕੱਢ ਲਿਆ, ਸੁਪਰਸਟੀਸ਼ੀਅਸ ਤੋਂ ਕੱਢ ਲਿਆ, ਪਰ ਸਾਨੂੰ ਕੰਫਰਟ ਤੋਂ ਵੀ ਕੱਢ ਲਿਆ, ਹੈ ਨਾ। ਤੁਹਾਨੂੰ ਪਤਾ ਇੰਡੀਆ ਦੇ ਵਿੱਚ ਸਾਡੀ ਆਰਮੀ ਲਾਈਫ ਜਿਹੜੀ ਆ ਉਹ ਕਾਫੀ ਕੰਫਰਟੇਬਲ ਹੁੰਦੀ ਆ। ਮਤਲਬ ਵੀ ਹਾਂ ਪ੍ਰੋਬਲਮ ਚੱਲ ਰਹੀ ਸੀਗੀ ਪਰ ਫਿਰ ਵੀ ਦੂਸਰੇ ਪਾਸੇ। ਪਰ ਇੱਥੇ ਜਦੋਂ ਅਸੀਂ ਆਏ, ਇੱਥੇ ਸਮੋਸੇ ਬਣਾ ਕੇ ਸਾਨੂੰ ਬਾਹਰ ਟੇਬਲ ਲਾ ਕੇ ਜਿੱਦਾਂ ਕਹਿ ਲਓ ਪੈਸੇ ਕਮਾਉਣੇ ਪੈਂਦੇ ਸੀ। ਕਿੱਥੇ ਪਹੁੰਚੇ ਅਸੀਂ। $1 ਦਾ ਸਮੋਸਾ, ਹੈ। ਦੇਖੋ ਤੁਸੀਂ ਕਿੱਥੋਂ ਲਾਈਫ ਕਿੱਥੇ ਲਿਆ ਕੇ ਸਿੱਟੀ ਪਰਮੇਸ਼ਰ ਨੇ, ਹੈ। ਪਰਮੇਸ਼ਰ ਕਹਿੰਦੇ ਤੁਸੀਂ ਬੰਦੇ ਬਣ ਜਾਓ ਪਹਿਲਾਂ, ਹੈ। ਹੰਬਲ ਹੋ ਜਾਓ ਪਹਿਲਾਂ, ਹੈ। ਤੇ ਪਰਮੇਸ਼ਰ ਨੇ ਕਿੱਥੋਂ ਸਾਨੂੰ ਕਿੱਥੇ। ਪਰ ਫਿਰ ਵੀ ਪੌਲ ਵੀ ਕਹਿੰਦਾ ਆ, ਮੈਂ ਉਹ ਦਿਨ ਵੀ ਦੇਖੇ ਨੇ, ਮੈਂ ਆਹ ਦਿਨ ਵੀ ਦੇਖੇ ਨੇ, ਪਰ ਹਰ ਦਿਨ ਦੇ ਵਿੱਚ ਮੈਂ ਪਰਮੇਸ਼ਰ ਦੀ ਵਡਿਆਈ ਕਰਦਾ ਆ। ਮੈਨ ਹਾਲੇਲੂਇਆ। ਇਹ ਚੰਗੀ ਚੀਜ਼ ਆ, ਕਿੱਥੇ ਵੀ ਹੋਵੋ ਪਰਮੇਸ਼ਰ ਤੁਹਾਡੇ ਨਾਲ ਆ। ਮੈਨ ਹਾਲੇਲੂਇਆ। ਤੇ ਪਾਸਟਰ ਜੀ ਆਪਾਂ ਨੂੰ ਦੱਸਦੇ ਹੁੰਦੇ ਨੇ, ਜਿਹੜੀ ਇੱਕ ਐਗਜ਼ਾਮਪਲ ਆਪਾਂ ਨੂੰ ਦੱਸਦੇ ਹੁੰਦੇ ਨੇ, ਜਦੋਂ ਆਪਾਂ ਘਰੇ ਬਹਿ ਜਾਂਦੇ ਆ, ਜਿੱਦਾਂ ਕਹਿ ਲਓ ਵੀ ਭਾਵੇਂ ਆਪਣੀ ਸਪਿਰਿਚੁਅਲ ਲਾਈਫ ਬਹੁਤ ਸਟਰੋਂਗ ਆ, ਆਪਣਾ ਸਾਰਾ ਕੁਝ ਆਪਣਾ ਕੰਫਰਟੇਬਲ ਹੈਗੇ ਆ, ਉਦੋਂ ਆਪਾਂ ਫਰੀਜ਼ ਹੋ ਜਾਂਦੇ ਆ। ਜੇ ਆਪਾਂ ਰੂਹਾਨੀ ਤੌਰ ਤੇ ਸਟਰੋਂਗ ਆ ਪਰ ਆਪਾਂ ਸਿਰਫ ਘਰੇ ਬੈਠੇ ਆ, ਆਪਾਂ ਫਰੀਜ਼ ਹੋ ਜਾਂਦੇ ਆ, ਆਪਾਂ ਤੋਂ ਕੁਝ ਨਹੀਂ ਹੁੰਦਾ। ਜਿੱਦਾਂ ਪਾਸਟਰ ਜੀ ਨਹੀਂ ਦਿੰਦੇ ਹੁੰਦੇ ਇੱਕ ਐਗਜ਼ਾਮਪਲ ਫਰੋਗ ਵਾਲੀ, ਡੱਡੂ ਵਾਲੀ। ਉਹ ਪਾਣੀ ਦੇ ਵਿੱਚ ਡੱਡੂ ਜਿਹੜਾ ਹੈਗਾ ਉਹ ਹੌਲੀ ਹੌਲੀ ਕਰਦੇ ਉਹ ਬੈਠਾ ਰਹਿੰਦਾ, ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ, ਹੌਲੀ ਹੌਲੀ ਉਬਲ ਵੀ ਜਾਂਦਾ, ਉਹਨੂੰ ਪਤਾ ਹੀ ਨਹੀਂ, ਹੈ। ਉੱਦਾਂ ਹੀ ਸ਼ੈਤਾਨ ਛੋਟੀਆਂ ਚੀਜ਼ਾਂ ਦੇ ਨਾਲ ਤੁਹਾਨੂੰ ਕੰਫਰਟੇਬਲ ਕਰੂਗਾ, ਛੋਟੀਆਂ ਚੀਜ਼ਾਂ ਦੇ ਨਾਲ ਤੁਹਾਨੂੰ ਤੁਹਾਡਾ ਦਿਲ ਬਹਿਲਾਊਗਾ। ਤਾਂ ਕਰਕੇ ਆਪਣਾ ਜ਼ਰੂਰੀ ਆ ਆਪਣਾ ਫੋਕਸ ਹਮੇਸ਼ਾ ਪਰਮੇਸ਼ਵਰ ਤੇ ਰੱਖੀਏ। ਜਦੋਂ ਮਾੜਾ ਜਿਹਾ ਇੱਧਰ ਉੱਧਰ ਹੁੰਦਾ ਨਾ, ਕਿਸੇ ਭੈਣ ਭਰਾ ਨੂੰ ਫੋਨ ਕਰੋ, ਕਿਸੇ ਦੇ ਨਾਲ ਗੱਲ ਕਰੋ, ਪਰ ਕਦੇ ਵੀ ਰਾਹ 'ਚੋਂ ਭੜਕੋ ਨਾ, ਕਿਉਂਕਿ ਜਦੋਂ ਇੱਕ ਵਾਰੀ ਬੰਦਾ ਭੜਕ ਜਾਂਦਾ ਨਾ ਉਦੋਂ ਕਾਫੀ ਮੁਸ਼ਕਿਲ ਹੋ ਜਾਂਦੀ ਆ ਫੇਰ ਦੁਬਾਰਾ ਰਾਹ ਤੇ ਆਉਂਦੇ। ਆਮੇਨ। ਤਾਂ ਇਹ ਚੀਜ਼ ਦਾ ਆਪਾਂ ਹਮੇਸ਼ਾ ਖਿਆਲ ਰੱਖੀਏ। ਸੋ ਆਪਾਂ ਜਿੱਦਾਂ ਆਪਾਂ ਕਹਿ ਰਹੇ ਹੈਗੇ ਆ ਕਿ ਰਿਵਾਈਵਲ ਨੈਟਵਰਕ ਆ ਜਿਹੜਾ, ਇਹ ਅੱਜ ਆਪਣਾ ਜਿਹੜਾ ਵਚਨ ਆ, ਇਹਦਾ ਵਰਡ ਅੱਜ ਟੂਡੇਜ਼ ਦਾ ਵਰਡ ਆਹੀ ਹੈਗਾ ਆ ਕਿ ਆਪਣੀ ਮਸ਼ਾਲ ਸਿਰਫ ਜਲਦੀ ਨਹੀਂ ਰੱਖਣੀ, ਬਲਕਿ ਉਹਦੇ ਨਾਲ ਦੂਸਰਿਆਂ ਦੀ ਮਸ਼ਾਲ ਵੀ ਜਲਾਉਣੀ ਆ। ਤੇ ਜਿਹੜੀ ਟੈਸਟਮਨੀ ਆ
ਇਹ ਮੈਂ ਆਪਣੀ ਟੈਸਟਮਨੀ ਦੇ ਰਹੀ ਹਾਂ ਕਿ ਕਿੱਦਾਂ ਪਰਮੇਸ਼ਰ ਨੇ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕੀਤਾ। ਇਸ ਦੇ ਨਾਲ ਦੂਸਰਿਆਂ ਦੇ ਦਿਲਾਂ ਨੂੰ ਵੀ ਤਸੱਲੀ ਮਿਲਦੀ ਹੈ ਵੀ ਸਾਡੇ ਵੀ ਇਹ ਇਸ਼ੂ ਚੱਲ ਰਹੀ ਆ, ਵੀ ਸ਼ਾਇਦ ਸਾਡੇ ਵੀ ਪਰਮੇਸ਼ਰ ਠੀਕ ਕਰ ਦੂਗਾ। ਮੈਂ ਆਪਾਂ ਰਿਵਾਈਵਲ ਪੰਜਾਬੀ ਚਰਚ ਹੋਣ ਦੇ ਨਾਤੇ ਰਿਵਾਈਵਲ ਨੈਟਵਰਕ ਦੇ ਵਿੱਚ ਵੱਡਾ ਹਿੱਸਾ ਪਾਈਏ। ਹੁਣ ਸਪ੍ਰਿੰਗ ਸਮਰ ਆ ਰਹੀ ਹੈਗੀ ਆ, ਆਈ ਗਈ ਹੈ, ਫੁੱਲ ਆਪਾਂ ਦੇਖ ਰਹੇ ਹਾਂ ਬਾਹਰ। ਆਪਣੀ ਜਿਹੜੀ ਇਵੈਂਜਲਿਜ਼ਮ ਮਿਨਿਸਟਰੀ ਹੈਗੀ ਆ, ਹੈ ਨਾ, ਇਹਦਾ ਆਪਾਂ ਛੇਤੀ ਹੋਈ ਦੁਬਾਰਾ ਸ਼ੁਰੂ ਕਰਾਂਗੇ। ਬ੍ਰਦਰ ਜੀ ਦੀ ਵੇਟ ਕਰਾਂਗੇ ਜਦੋਂ ਇਹ ਜਿੱਦਾਂ ਕਹਿ ਦੋ ਵੀ ਕਹਿਣਗੇ ਰੈਡੀ ਆ। ਆਪਾਂ ਸਾਰੇ ਜਾਣੇ ਮਿਲ ਕੇ ਪਾਰਕ ਦੇ ਵਿੱਚ ਥਾਂ ਥਾਂ ਤੇ ਜਾ ਕੇ ਸਾਰੇ ਆਪਣੀਆਂ ਟੈਸਟਮਨੀਆਂ ਇਕੱਠੀਆਂ ਕਰਕੇ ਰੱਖੋ, ਸਾਰੇ ਨਾਲ ਜਾ ਕੇ ਆਪਣੀਆਂ ਟੈਸਟਮਨੀਆਂ ਲੋਕਾਂ ਨੂੰ ਸੁਣਾਵਾਂਗੇ। ਬੇਅਰ ਕ੍ਰੀਕ ਪਾਰਕ ਪਰਮੇਸ਼ਰ ਨੇ ਆਪਣੇ ਨਾਲ ਹੀ ਰੱਖਿਆ ਆ, ਦੱਸਾਂਗੇ ਅਗਲਿਆਂ ਨੂੰ ਆ ਹੋਇਆ। ਆਹ ਨਾ ਫਿਕਰ ਕਰੋ ਵੀ ਉਹ ਜੇ ਅਗਲੇ ਮੰਨੇ ਨਹੀਂ ਤਾਂ ਫਿਰ ਕੀ ਕਰਾਂਗੇ। ਮਨਾਉਣਾ ਆਪਣਾ ਕੰਮ ਨਹੀਂਗਾ, ਮਨਾਉਣਾ ਪਵਿੱਤਰ ਆਤਮਾ ਦਾ ਕੰਮ ਹੈ। ਮੈਨ ਆਪਾਂ ਸਿਰਫ ਬੀਜ ਬੋਣਾ ਆ, ਬਾਕੀ ਸਾਰਾ ਕੁਝ ਪਰਮੇਸ਼ਵਰ ਨੇ ਕਰਨਾ ਆ। ਜਦੋਂ ਬੀਜ ਜ਼ਮੀਨ ਦੇ ਅੰਦਰ ਜਾਂਦਾ ਆ, ਉੱਥੇ ਟੁੱਟਦਾ ਆ, ਉੱਥੇ ਜੋ ਵੀ ਕੁਝ ਆਪਾਂ ਨੂੰ ਥੋੜੀ ਦਿੰਦਾ ਕੀ ਹੋ ਰਿਹਾ ਆ, ਪਰ ਜਦੋਂ ਆਪਾਂ ਨੂੰ ਉਦੋਂ ਦਿੰਦਾ ਜਦੋਂ ਪੌਦਾ ਨਿਕਲ ਜਾਂਦਾ ਹੈ। ਮੈਨ ਸੋ ਆਪਾਂ ਇਹ ਜਿਹੜੀ ਚੀਜ਼ ਆਪਣੀ ਇਵੈਂਜਲਿਜ਼ਮ ਮਿਨਿਸਟਰੀ ਦੇ ਨਾਲ ਬਿਲਕੁਲ ਮਿਲ ਕੇ ਆਪਾਂ ਐਤਕੀ ਮਸ਼ਾਲਾਂ ਜਲਾਉਣ ਦਾ ਕੰਮ ਕਰਾਂਗੇ। ਮੈਨ ਹਾਲੇਲੂਇਆ, ਹਾਲੇਲੂਇਆ। ਫਿਰ ਅੱਛਾ ਜੀ, ਅਸੀਂ ਇੰਡੀਆ ਤੋਂ ਆ ਗਏ ਤੇ ਆਪਣੀ ਸਟੋਰੀ ਨੂੰ ਥੋੜੀ ਜਿਹੀ ਛੋਟੀ ਕਰਦੇ ਹੈਗੇ ਕਿ ਪਰਮੇਸ਼ਵਰ ਉਹਨਾਂ ਲੋਕਾਂ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਲੈ ਕੇ ਆਇਆ ਜਿਹੜੇ ਪਰਮੇਸ਼ਵਰ ਦੇ ਭੇਜੇ ਹੋਏ ਸੀਗੇ। ਉਹਨਾਂ ਲੋਕਾਂ ਨੂੰ ਪਰਮੇਸ਼ਵਰ ਨੇ ਸਾਨੂੰ ਮਿਲਾਇਆ ਤੇ ਇੱਦਾਂ ਹੀ ਇੱਕ ਦਿਨ ਅਸੀਂ ਜਿੱਦਾਂ ਦੱਸਿਆ ਆ ਕਿ ਬਹੁਤ ਹੀ ਵੱਡੀ ਜਿਹੜੀ ਮੀਟਿੰਗ ਸੀਗੀ ਉਹਦੇ ਵਿੱਚ ਅਸੀਂ ਇੱਕ ਦਿਨ ਪਹੁੰਚ ਗਏ ਤੇ ਉੱਥੇ ਸਾਡੇ ਲਈ ਦੁਆ ਹੋਈ, ਸਾਨੂੰ ਗੱਲਬਾਤ ਸਾਡੇ ਨਾਲ ਕੀਤੀ ਗਈ ਤੇ ਗੱਲਬਾਤ ਸਾਡੇ ਨਾਲ ਕੀਤੀ ਗਈ ਤੇ ਉਸ ਦੇ ਨਾਲ ਹੀ ਜਦੋਂ ਪਰਮੇਸ਼ਵਰ ਦੇ ਕੰਮ ਜਿਹੜੇ ਨੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਉੱਥੇ ਹੋਣੇ ਸ਼ੁਰੂ ਹੋਏ। ਮੈਂ ਡੈਡੀ ਹਜੇ ਵੀ ਸਾਡਾ ਜੋ ਵੀ ਕੁਛ ਘਰੇ ਜਿਹੜਾ ਵੀ ਕੁਛ ਸੀਗਾ ਉਹ ਹਜੇ ਵੀ ਉਦਾਂ ਹੀ ਚੱਲ ਰਿਹਾ ਸੀਗਾ। ਸਭ ਤੋਂ ਵੱਡੀ ਜਿਹੜੀ ਚੀਜ਼ ਸੀਗੀ ਸਾਡੀ ਜ਼ਿੰਦਗੀ ਦੀ, ਉਹ ਜਿਹੜੇ ਬਿਗ ਪਲਾਨ ਪਰਮੇਸ਼ਵਰ ਨੇ ਸਾਡੇ ਉੱਤੇ ਤਿਆਰ ਕੀਤੀ ਸੀਗੀ, ਉਹ ਉੱਥੋਂ ਸਾਨੂੰ ਕਿਸੇ ਦੇ ਕੋਲੇ ਲੈ ਕੇ ਗਿਆ ਪਰਮੇਸ਼ਵਰ, ਜਿਨ੍ਹਾਂ ਨੇ ਪਰਮੇਸ਼ਵਰ ਦਾ ਵਚਨ ਸਾਨੂੰ ਦੱਸਿਆ। ਅਸੀਂ ਕਿਹਾ ਚਲੋ ਟਰਾਈ ਕਰਦੇ ਹਾਂ। ਅਸੀਂ ਉਹ ਵੱਡੇ ਕਰੂਸੇਡ ਤੇ ਗਏ, ਉੱਥੇ ਛੁਇਆ ਗਿਆ। ਉਹ ਵੱਡੇ ਕਰੂਸੇਡ ਨੇ ਸਾਨੂੰ ਇੱਕ ਚਰਚ ਦੱਸਿਆ ਜਿਹੜਾ ਕਿ ਚਰਚ ਪਰਮੇਸ਼ਵਰ ਦੇ ਲੋਕਾਂ ਦਾ ਬਹੁਤ ਹੀ ਪਾਵਰਫੁਲ ਚਰਚ ਸੀਗਾ। ਅਸੀਂ ਉਸ ਚਰਚ 'ਚ ਗਏ, ਉੱਥੇ ਅਸੀਂ ਜਾਣ ਲੱਗ ਗਏ, ਉੱਥੇ ਕੰਮ ਕਰਨ ਲੱਗ ਗਏ। ਮਤਲਬ ਵੀ ਰੋਜ਼ ਆਉਂਦੇ ਸੀ, ਕੁਰਸੀਆਂ ਲਾਉਂਦੇ ਸੀ ਜਾਂ ਜੋ ਵੀ ਕੁਛ ਐ ਛੋਟੇ ਮੋਟੇ ਕੰਮ ਨੇ ਉਹ ਅਸੀਂ ਕਰਨੇ ਸ਼ੁਰੂ ਕੀਤੇ। ਸਭ ਤੋਂ ਵੱਡੀ ਚੀਜ਼ ਉਸ ਵੇਲੇ ਅਸੀਂ ਚਾਰੋਂ ਜਾਣੇ ਸੀਗੇ, ਮੇਰੇ ਡੈਡੀ ਅਜੇ ਪੀਂਦੇ ਸੀ ਜਾਂ ਜੋ ਵੀ ਕੁਝ ਹੋ ਰਿਹਾ ਸੀ। ਸਭ ਤੋਂ ਵੱਡੀ ਚੀਜ਼ ਜਿਹੜੀ ਸੀਗੀ ਉਹ ਉਦੋਂ ਪੈਸੇ ਦੀ ਬੜੀ ਤੰਗੀ ਸੀਗੀ। ਜਿੱਦਾਂ ਤੁਹਾਨੂੰ ਕਿਹਾ ਹੈ ਵੀ ਇੱਕ ਸਮੋਸੇ ਉੱਥੇ ਭਾਵੇਂ ਖਾਣਾ ਉੱਥੇ ਸਸਤਾ ਆ। ਇੱਕ ਕਮਰੇ ਦੇ ਵਿੱਚ ਅਸੀਂ ਚਾਰੋਂ ਜਾਣੇ ਰਹਿੰਦੇ ਸੀ, ਇੱਕ ਕਮਰਾ ਹੀ ਸੀ ਤੇ ਉਹ ਇੱਕ ਥਾਂ ਜੀ ਸੀਗੀ, ਉਹ ਸਾਰੇ ਲੋਕਾਂ ਦਾ ਇੱਕੋ ਹੀ ਬਾਥਰੂਮ ਸੀ, ਹੈ ਨਾ। ਸਾਡਾ ਵੀ ਉਹੀ ਇੱਕੋ ਹੀ ਬਾਥਰੂਮ ਤੇ ਇੱਕ ਕਮਰੇ ਦੇ ਖੂੰਜੇ 'ਚ ਅਸੀਂ ਇੱਕ ਟੇਬਲ ਲਾਇਆ ਹੋਇਆ ਸੀ, ਉਹ ਸਾਡੀ ਰਸੋਈ ਸੀ। ਦੂਸਰੇ ਪਾਸੇ ਇੱਕ ਇੱਧਰ ਬੈੱਡ ਲੱਗਿਆ ਹੋਇਆ ਸੀ, 2 ਬੈੱਡ ਉੱਧਰ ਲੱਗੇ ਸੀ, ਬਸ ਉਹੀ ਸੀ ਸਾਡਾ ਸਾਰਾ ਕੁਛ, ਹੈ ਨਾ। ਪਰ ਕਦੇ ਨਾ ਅਫਸੋਸ ਜਿਹਾ ਨਹੀਂ ਸੀ ਹੋਇਆ, ਕਦੇ ਅਫਸੋਸ ਜਿਹਾ ਨਹੀਂ ਸੀ ਹੋਇਆ ਵੀ ਉੱਥੇ ਕਿੱਦਾਂ ਦਾ ਛੱਡ ਕੇ ਅਸੀਂ ਉੱਥੇ ਆ ਗਏ ਆ। ਪਤਾ ਨਹੀਂ ਕਿਉਂਕਿ ਸਾਡੀਆਂ ਅੱਖਾਂ ਹਜੇ ਵੀ ਇਸ ਚੀਜ਼ 'ਤੇ ਲੱਗੀਆਂ ਸੀਗੀਆਂ ਵੀ ਡੈਡੀ ਠੀਕ ਹੋ ਜਾਣ, ਵੀ ਡੈਡੀ ਠੀਕ ਹੋ ਜਾਣ, ਕਿਉਂਕਿ ਕਿੰਨੀ ਵੱਡੀ ਗੱਲ ਹੁੰਦੀ ਆ ਇਹ ਵੀ ਡੈਡੀ ਠੀਕ ਹੋ ਜਾਣ। ਇਹੀ ਸਾਡੀ ਸਭ ਤੋਂ ਵੱਡੀ ਚੀਜ਼ ਸੀਗੀ। ਤੇ ਸਭ ਤੋਂ ਵੱਡੀ ਜਿਹੜੀ ਪਲਾਨ ਉਸ ਵੇਲੇ ਪਰਮੇਸ਼ਵਰ ਦੀ ਇਹ ਸੀਗੀ ਕਿ ਮੰਮੀ ਜਿਹੜੇ ਨੇ ਸਾਡੇ ਉਹਨਾਂ ਨੂੰ ਪਰਮੇਸ਼ਵਰ ਨੇ ਨਿਊਯਾਰਕ ਭੇਜਤਾ। ਦਰਵਾਜ਼ਾ ਖੁੱਲਿਆ ਨਿਊਯਾਰਕ ਦਾ, ਮੰਮੀ ਚਲੇ ਗਏ ਨਿਊਯਾਰਕ। ਕਿਉਂਕਿ ਜੇ ਪਰਮੇਸ਼ਵਰ ਨੂੰ ਪਤਾ ਸੀ ਵੀ, ਹੈ ਨਾ, ਪਰਮੇਸ਼ਵਰ ਨੂੰ ਪਤਾ ਆ ਬਸ, ਉਹ ਕਹਿੰਦੇ ਜੇ ਮੰਮੀ ਉੱਥੇ ਹੋਣਗੇ ਨਾ ਤਾਂ ਨਿਆਣਿਆਂ ਨੂੰ ਚਰਚ ਜਾਣ ਦੇਣਾ, ਨਾ ਹੀ ਡੈਡੀ ਨੂੰ ਚਰਚ ਜਾਣ ਦੇਣਾ, ਹੈ ਨਾ। ਸੋ ਇਹ ਪਰਮੇਸ਼ਵਰ ਨੇ ਕਿੱਦਾਂ ਦਰਵਾਜ਼ਾ ਖੋਲਿਆ। ਤੇ ਅਸੀਂ 19-20 ਸਾਲ ਦੇ ਹੀ ਸੀਗੇ ਉਦੋਂ, ਹੈ ਨਾ। ਇੰਡੀਆ ਦੇ 19-20 ਸਾਲ ਦੇ ਤਾਂ ਆਏ ਹੁੰਦੇ ਜਿਵੇਂ ਇੱਥੇ ਦੇ 11-12 ਸਾਲ ਦੇ, ਮਤਲਬ ਕੁਛ ਸਮਝ ਨਹੀਂ ਸਮਝੀ ਕਿ ਥੱਪੜ ਇੱਧਰ ਲਾਤਾ ਇੱਕ ਉੱਧਰ ਲਾਤਾ, ਬਸ ਆਹੀ ਹੁੰਦਾ ਉਸ ਉਮਰ ਦੇ ਵਿੱਚ ਇੰਡੀਆ ਦੇ ਵਿੱਚ। ਤੇ ਮੰਮੀ ਚਲੇ ਗਏ ਨਿਊਯਾਰਕ ਤੇ ਉਸ ਤੋਂ ਬਾਅਦ ਪਰਮੇਸ਼ਵਰ ਨੇ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਉਸ ਤੋਂ ਬਾਅਦ ਪਰਮੇਸ਼ਵਰ ਨੇ ਮੇਰੇ ਡੈਡੀ ਨੂੰ ਛੋਇਆ। ਸਾਡੀਆਂ ਅੱਖਾਂ ਦੇ ਮੂਹਰੇ ਅਸੀਂ ਦੇਖਿਆ ਕਿ ਕਿੱਦਾਂ ਐਡਿਕਸ਼ਨ ਟੁੱਟੀ ਡੈਡੀ ਦੀ, ਕਿੱਦਾਂ ਉਹ ਚਰਚ 'ਚ ਜਾ ਕੇ ਜਿੱਦਾਂ ਕਹਿ ਲਓ ਵੀ ਨਾ ਉਹਨਾਂ ਨੂੰ ਆਏ ਪਵਿੱਤਰ ਆਤਮਾ ਨੇ ਛੂਹਿਆ, ਆਏ ਮਤਲਬ ਕਿ ਕੁਛ ਹੋਇਆ, ਡਿਫਰੈਂਟ ਹੋ ਗਿਆ, ਮੇਰਾ ਸਭ ਬਦਲ ਗਿਆ ਜਿੱਦਾਂ ਕਹਿ ਲਓ। ਤੇ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਟੈਸਟਮਨੀ ਹੈ ਓਬਵੀਅਸਲੀ। ਉਸ ਤੋਂ ਬਾਅਦ ਡੈਡੀ ਸਾਡੇ ਨਾਲ ਚਰਚ ਜਾਣ ਲੱਗ ਗਏ, ਅਸੀਂ
ਜਿੱਦਾਂ ਕਹਿ ਲਓ, ਮੈਂ ਪਰਮੇਸ਼ਵਰ ਦਾ ਲੱਖ ਵਾਰੀ ਧੰਨਵਾਦ ਕੀਤਾ ਕਿ ਅਸੀਂ 18 19 20 ਸਾਲ ਦੇ ਸੀਗੇ ਉਸ ਵੇਲੇ, ਕਿੱਦਾਂ ਪਰਮੇਸ਼ਵਰ ਨੇ ਆਪਣੀ ਮਿਹਰ ਤੇ ਕਿਰਪਾ ਦੇ ਨਾਲ ਸਾਡੇ ਉੱਤੇ ਆਪਣੀ ਪਾਸਟਰ ਜੀ ਨੂੰ ਪਰਮੇਸ਼ਵਰ ਨੇ ਬਚਾਇਆ, ਥਾਂ ਥਾਂ ਤੇ ਬਚਾਇਆ। ਬੇਬੀ ਹੁੰਦੇ ਵੀ ਪਾਸਟਰ ਜੀ ਜਿੱਦਾਂ ਕਹਿ ਲਓ ਮਰਦੇ ਮਰਦੇ ਬਚੇ ਨੇ। ਸੋ ਜਦੋਂ ਪਰਮੇਸ਼ਵਰ ਦੀ ਪਲਾਨ ਆ ਤਾਂ ਉਹ ਪਰਮੇਸ਼ਵਰ ਦੀ ਪਲਾਨ ਆ ਆਪਣੀ ਜ਼ਿੰਦਗੀਆਂ ਤੇ ਵੀ। ਜੇ ਆਪਾਂ ਅੱਜ ਇੱਥੇ ਬੈਠੇ ਆ ਕਿਉਂਕਿ ਪਰਮੇਸ਼ਵਰ ਦੀ ਪਲਾਨ ਆ ਆਪਣੀ ਜ਼ਿੰਦਗੀ ਦੇ ਉੱਤੇ। ਮੈਨ ਹਾਲੇਲੂਇਆ। ਤੇ ਹੁਣ ਜਦੋਂ ਡੈਡੀ ਪੂਰੀ ਤਰ੍ਹਾਂ ਠੀਕ ਹੋ ਗਏ ਤੇ ਉਦੋਂ ਇੰਡੀਆ ਦੇ ਵਿੱਚ ਜਦੋਂ ਇੱਕ ਡੈਡੀ ਸੀਗੇ, ਉਦੋਂ ਆਹ ਜਿਹੜੀਆਂ ਪਿਛਲੀ ਵਾਰੀ ਦੱਸੀਆਂ ਸੀਗੀਆਂ ਪ੍ਰੋਬਲਮ ਕਾਫੀ ਸੀਗੀਆਂ, ਲਿਵਰ ਇਲਾਜ ਦੀ ਜਾਂ ਮੈਂਟਲ ਹੈਲਥ ਦੀ ਜੋ। ਪਰ ਜਦੋਂ ਡੈਡੀ ਪਰਮੇਸ਼ਵਰ ਚ ਆਏ ਤੇ ਫ੍ਰੀ ਹੋ ਗਏ, ਉਸ ਤੋਂ ਬਾਅਦ ਨਾ ਕਦੇ ਲਿਵਰ ਦੀ ਇਸ਼ੂ ਹੋਈ, ਨਾ ਕਦੇ ਮੈਂਟਲੀ ਇਸ਼ੂ ਹੋਈ, ਕਦੇ ਅਸੀਂ ਹਸਪੀਟਲ ਨਹੀਂ ਉਹਨਾਂ ਨੂੰ ਲੈ ਕੇ ਗਏ ਸੀ ਇਸ ਇਸ਼ੂਆਂ ਬਾਰੇ ਜਿਹੜੇ ਸ਼ਰਾਬ ਦੇ ਕਰਕੇ ਉਹਨਾਂ ਨੂੰ ਹੋ ਰਹੇ ਸੀਗੇ। ਡਾਕਟਰਾਂ ਨੇ 2-3 ਹਫ਼ਤੇ ਦਾ ਟਾਈਮ ਦਿੱਤਾ ਸੀ, ਪਰ ਮੇਰੇ ਡੈਡੀ 25 ਸਾਲ ਤੋਂ ਵੀ ਉੱਤੇ ਜੀਏ ਪਰਮੇਸ਼ਵਰ ਦੇ ਵਿੱਚ ਹੈ। ਉਹਨਾਂ ਦੀ ਬਾਈਬਲ ਜੇ ਤੁਸੀਂ ਦੇਖੋ ਨਾ, ਹਾਲੇਲੂਇਆ, ਇੱਕ ਪੇਜ ਉਹਨਾਂ ਦੀ ਬਾਈਬਲ ਦਾ ਪੜਿਆ ਹੋਇਆ ਆਏ ਜਿੱਦਾਂ ਕਹਿ ਲਓ ਵੀ ਦੱਸਦਾ ਆ, ਇੱਕ ਪੰਨੇ ਤੇ ਕਿਸੇ ਦਾ ਨਾਂ ਲਿਖਿਆ ਹੋਇਆ ਵੀ ਉਹਦੇ ਲਈ ਮੈਂ ਪ੍ਰੇਅਰ ਕਰ ਰਿਹਾ, ਮੈਂ ਉਹਦੇ ਲਈ ਪ੍ਰੇਅਰ ਕਰ ਰਿਹਾ, ਉਹਦੇ ਲਈ ਪ੍ਰੇਅਰ ਕਰ ਰਿਹਾ। ਡੈਡੀ ਜਿੱਦਾਂ ਸਾਡੇ ਬਦਲ ਗਿਆ ਵੀ ਬੰਦਾ ਬਿਲਕੁਲ ਬਦਲ ਗਿਆ ਸੀ। ਮੈਂ ਤੁਹਾਨੂੰ ਦੱਸਦੀ ਹਾਂ ਹੈ, ਪ੍ਰੇਜ਼ ਦਾ ਲੋਰਡ। ਇਹ ਬਦਲ ਗਿਆ ਜਿਹੜਾ ਬੰਦਾ, ਇਹ ਸਾਡਾ ਬੰਦਾ ਬਦਲ ਗਿਆ, ਤੁਹਾਡਾ ਬੰਦਾ ਵੀ ਬਦਲ ਸਕਦਾ ਹੈ। ਆਮੇਨ ਹਾਲੇਲੂਇਆ। ਤੁਹਾਡਾ ਬੰਦਾ ਵੀ ਬਦਲ ਸਕਦਾ, ਬੱਚੇ ਬਦਲ ਸਕਦੇ ਨੇ, ਮਾਪੇ ਬਦਲ ਸਕਦੇ ਨੇ, ਭੈਣ ਭਰਾ ਬਦਲ ਸਕਦੇ ਨੇ। ਜੇ ਤੁਸੀਂ ਲੱਗੇ ਰਹੋ, ਡਟੇ ਰਹੋ ਤਾਂ ਕੁਝ ਵੀ ਹੋ ਸਕਦਾ ਹੈ। 2 ਕੋਰਿੰਥੀਅਨ ਦੇ 5:17 ਦੇ ਵਿੱਚ ਲਿਖਿਆ, therefore if anyone is in Christ he is a new creation, the old has passed away, behold the new has come। amen। 2 ਕੋਰਿੰਥੀਅਨ 5:17 ਦੇ ਵਿੱਚ ਲਿਖਿਆ ਆ ਕਿ ਪੁਰਾਣਾ ਸਭ ਕੁਝ ਖਤਮ ਹੋ ਗਿਆ। ਇਸ ਵੇਲੇ ਜਦੋਂ ਮੈਂ ਪਿੱਛੇ ਦੇਖਦੀ ਆ, ਸਭ ਕੁਝ ਪੁਰਾਣਾ ਖਤਮ ਹੋ ਗਿਆ। ਹੁਣ ਸਾਡੇ ਡੈਡੀ ਦੀ ਜਿਹੜੀ ਲਾਈਫ ਦੇ ਨਾਲ ਸਾਰਾ ਕੁਝ ਨਵਾਂ ਸ਼ੁਰੂ ਹੋਇਆ ਤੇ ਸਾਰਾ ਕੁਝ ਜਿੱਦਾਂ ਕਹਿ ਲਓ ਵੀ ਬਦਲ ਗਿਆ। ਮੈਨ ਹਾਲੇਲੂਇਆ। ਪਰਮੇਸ਼ਵਰ ਦਾ ਧੰਨਵਾਦ ਕਰਦੇ ਆ। ਸੋ ਇਹ ਸਾਰੀ ਟੈਸਟਮਨੀ ਆ, ਇਹ ਸਪੀਕਿੰਗ ਟੈਸਟਮਨੀ ਆ, ਜਿਹੜੇ ਬੋਲ ਕੇ ਟੈਸਟਮਨੀ ਦਿੱਤੀ ਆ। ਉਸ ਤੋਂ ਬਾਅਦ ਜਿਹੜੀ ਲਿਵਿੰਗ ਟੈਸਟਮਨੀ ਆ, ਲਿਵਿੰਗ ਟੈਸਟਮਨੀ ਦੇ ਵਿੱਚ ਆਹ 2 ਚੀਜ਼ਾਂ ਨੇ। ਉਹ ਸਭ ਕੁਝ ਦੇਖਦਾ ਆ, ਹੈ ਨਾ, ਉਹ ਸਭ ਕੁਝ ਦੇਖਦਾ ਆ। ਤਾਂ ਕਹਿੰਦੇ ਨਹੀਂਗੇ ਉਹ ਸਭ ਕੀ ਖਬਰ ਰੱਖਤਾ ਹੈ ਨਾ, ਉਹਨੂੰ ਸਭ ਕੁਝ ਪਤਾ ਆ। ਆਪਾਂ ਉਹਦੀ ਪਿੱਠ ਪਿੱਛੇ ਕੁਝ ਨਹੀਂ ਕਰ ਸਕਦੇ। ਇੱਥੇ ਹੋ ਸਕਦਾ ਆਪਾਂ ਕਈ ਵਾਰੀ ਸੋਚਦੇ ਆ ਵੀ ਉਹ ਚਰਚ ਚ ਨੂੰ ਨਹੀਂ ਪਤਾ, ਅਗਲਿਆਂ ਨੂੰ ਨਹੀਂ ਪਤਾ, ਅਗਲਿਆਂ ਨੂੰ ਨਹੀਂ ਪਤਾ। ਡਜ਼ਨਟ ਮੈਟਰ, ਨਹੀਂ ਪਤਾ। ਜੇ ਪਤਾ ਵੀ ਹੋਵੇ ਤਾਂ ਵੀ ਡਜ਼ਨਟ ਮੈਟਰ। ਉਹਨੂੰ ਪਤਾ ਕਿ ਨਹੀਂ ਪਤਾ, ਇਹੀ ਸਭ ਤੋਂ ਜ਼ਰੂਰੀ ਚੀਜ਼ ਆ ਹੈ। ਇਹੀ ਜ਼ਰੂਰੀ ਆ। ਪਰਮੇਸ਼ਵਰ ਨੂੰ ਪਤਾ ਹੋਣਾ ਚਾਹੀਦਾ। ਤਾਂ ਕਰਕੇ ਆਪਾਂ ਆਪਣੇ ਹੱਥ ਕਲੀਨ ਰੱਖੀਏ, ਆਪਣੀ ਟੈਸਟਮਨੀ ਜਿਹੜੀ ਲਿਵਿੰਗ ਟੈਸਟਮਨੀ ਆ ਉਹ ਆਪਾਂ ਕਲੀਨ ਰੱਖੀਏ। ਇਹ ਇੰਨਾ ਜ਼ਰੂਰੀ ਆ ਨਾ ਕਿ ਜਿਹੜੀ ਲਿਵਿੰਗ ਟੈਸਟਮਨੀ ਆ ਜਿਹੜੀ ਆਪਾਂ ਜਿਉਂਦੇ ਆ, ਕਈ ਵਾਰੀ ਲੋਕਾਂ ਨੂੰ ਜੋ ਆਪਾਂ ਬੋਲਦੇ ਆ ਨਾ ਉਹ ਟੈਸਟਮਨੀ ਦਾ ਇੰਨਾ ਅਸਰ ਨਹੀਂ ਹੁੰਦਾ ਜਿਹੜੀ ਆਪਾਂ ਜਿਉਂਦੇ ਆ। ਹਾਲੇਲੂਇਆ। ਜਿਹੜੀ ਆਪਾਂ ਜਿਉਂਦੇ ਆ ਟੈਸਟਮਨੀ, ਉਹਦਾ ਜ਼ਿਆਦਾ ਅਸਰ ਹੁੰਦਾ ਲੋਕਾਂ ਤੇ ਜਿਹੜੀ ਆਪਾਂ ਬੋਲਦੇ ਆ। ਕਿਉਂਕਿ ਫਿਰ ਵੀ ਆਪਾਂ ਕਮਜ਼ੋਰ ਲੋਕ ਹੈਗੇ ਆ, ਗੁੱਸਾ ਚੜ ਜਾਂਦਾ, ਕਈ ਵਾਰੀ ਬੋਲੀ ਜਾਂਦੀ ਆ ਕੁਛ, ਇੱਧਰ ਉੱਧਰ ਨਿਆਣੇ ਨੂੰ ਥੱਪੜ ਲੱਗ ਗਿਆ ਜਾਂ ਕੁਛ ਵੀ ਕਹਿ ਲਓ, ਹੈ ਨਾ। ਦੇਖਿਆ ਅਗਲੇ ਨੇ, ਦੇਖਿਆ ਉਹ ਹੈ, ਅਗਲੇ ਨੇ ਦੇਖ ਲਿਆ ਵੀ ਨਿਆਣੇ ਨੂੰ ਥੱਪੜ ਮਾਰਤਾ, ਹੈ ਨਾ। ਆਪਾਂ ਆਪਣਾ ਗੁੱਸਾ ਕੰਟਰੋਲ ਕਰਨਾ ਸੀ। ਬੱਚਾ ਤਾਂ ਬੱਚਾ ਆ। ਜੇ ਦੇਖ ਲਿਆ ਅਗਲੇ ਨੇ ਤਾਂ ਅਗਲਾ ਕਹੂਗਾ ਵੀ ਉਹ ਮੈਂ ਤਾਂ ਸੋਚਿਆ ਇਹ ਮਸੀਹੀ ਆ, ਵੀ ਇਹ ਮਤਲਬ ਵੀ ਡਿਫਰੈਂਟ ਹੁੰਦੇ ਨੇ, ਇਹਨਾਂ ਨੂੰ ਗੁੱਸਾ ਨਹੀਂ ਚੜਦਾ। ਮੈਂ ਆਪਣੇ ਆਪ ਨੂੰ ਵੀ ਇੰਕਲੂਡ ਕਰ ਰਹੀ ਹਾਂ, ਮੈਂ ਤੁਹਾਨੂੰ ਨਹੀਂ ਕਹਿ ਰਹੀ। ਆਪਾਂ ਸਾਰੇ ਇਦਾਂ ਹੀ ਆ, ਹੈ ਨਾ। ਇਹ ਬਹੁਤ ਜ਼ਰੂਰੀ ਆ। ਆਪਾਂ ਕੀ ਬੋਲ ਰਹੇ ਆ, ਬਚ ਕੇ ਬੋਲੀਏ, ਵੇਟ ਕਰਕੇ ਬੋਲੀਏ, ਕੀ ਕਹਿ ਰਹੇ ਆ। ਆਪਾਂ ਜੱਜ ਨਾ ਕਰੀਏ ਦੂਸਰਿਆਂ ਨੂੰ, ਹੈ ਨਾ। ਪਰਮੇਸ਼ਵਰ ਦੇ ਅੱਗੇ ਆਪਣੀ ਲਿਵਿੰਗ ਟੈਸਟਮਨੀ ਆ ਜਿਹੜੀ ਉਹ ਸਾਫ਼ ਹੋਣੀ ਚਾਹੀਦੀ ਆ। ਕਿਉਂਕਿ ਨਹੀਂ ਤਾਂ ਆਪਾਂ ਕਿਸੇ ਦੇ ਜਿਹੜਾ ਤੀਸਰਾ ਬੰਦਾ ਹਜੇ ਨਵਾਂ ਆ, ਆਪਾਂ ਉਹਦੇ ਰਾਹ ਦਾ ਰੋੜਾ ਬਣ ਸਕਦੇ ਆ, ਹੈ ਨਾ। ਸੋ ਇਹ ਆਪਣੀ ਬਹੁਤ ਜ਼ਰੂਰੀ ਆ ਕਿ ਆਪਾਂ ਇੱਦਾਂ ਧਿਆਨ ਦੇ ਨਾਲ ਜਿੱਦਾਂ ਕਹਿ ਲਓ ਵੀ ਆਪਣੀ ਜਿਹੜੀ ਕਰਨੀ ਹੈਗੀ ਆ। ਤੇ ਆਪਾਂ ਪਰਮੇਸ਼ਵਰ ਦੇ ਜਿਹੜੇ ਕੰਮ ਹੈ, ਆਪਾਂ ਆਪਣੀ ਜ਼ਿੰਮੇਵਾਰੀ ਆ ਕਿ ਆਪਾਂ ਦੂਜਿਆਂ ਦੇ ਲਈ ਵਚਨ ਬੋਲੀਏ, ਦੂਜਿਆਂ ਨੂੰ ਬਰਕਤ ਦਈਏ, ਦੂਜਿਆਂ ਨੂੰ ਐਕਸਪੀਰੀਅੰਸ ਦੱਸੀਏ। ਦੂਜੇ ਜਿਹੜੇ ਨੇ ਉਹ ਆਪਣੇ ਬਦਲਾਵ ਨੂੰ ਦੇਖ ਕੇ, ਦੂਜੇ ਆਪਣੇ ਬਦਲਾਵ ਨੂੰ ਦੇਖ ਕੇ ਖਿੱਚੇ ਚਲੇ ਆਉਣ ਤੇ ਕਹਿਣ ਵੀ ਵਾਓ ਵੀ ਕੋਈ ਗੱਲ ਤਾਂ ਹੈਗੀ ਆ ਜਿਹੜੀ ਕਿ ਇਹਨਾਂ ਦੇ ਵਿੱਚ ਹੈਗੀ ਆ। ਆਪਾਂ ਇੱਕ ਵਰਸ ਤੁਸੀਂ ਜਿਹੜਾ ਵੀ ਮਰਜ਼ੀ ਉੱਥੇ ਬੈਠ ਕੇ ਪੜ੍ਹ ਦਿਓ, ਰੋਮਨਸ ਦੀ 10 ਦੀ 14।
ਇਹ ਆਪਣਾ ਕੰਮ ਆ, ਇਹ ਗ੍ਰੇਟ ਕਮਿਸ਼ਨ ਆ ਕਿ ਪਰਮੇਸ਼ਵਰ ਆਪਾਂ ਨੂੰ ਜੋ ਕਹਿੰਦਾ ਆ ਕਿ ਆਪਾਂ ਪਰਮੇਸ਼ਵਰ ਦੇ ਲਈ ਕੀ ਕਰਨਾ ਆ। ਜਿਹੜੀ ਇਹ ਟੈਸਟਮਨੀਆਂ ਨੇ, ਉਹ ਜਿਹੜੀ ਬੋਲਣ ਦੀ ਟੈਸਟਮਨੀ, ਲਿਵਿੰਗ ਟੈਸਟਮਨੀ, ਇਹ ਆਪਾਂ ਪਰਮੇਸ਼ਵਰ ਆਪਾਂ ਨੂੰ ਕੀ ਕਹਿੰਦਾ ਆ। ਰੋਮਨਸ 10:14 ਪਰ ਉਹ ਉਸ ਦਾ ਨਾਮ ਕਿਸ ਤਰ੍ਹਾਂ ਲੈਣਗੇ ਜਦੋਂ ਕਿ ਉਹਨਾਂ ਉਸ ਤੇ ਵਿਸ਼ਵਾਸ ਨਹੀਂ ਕੀਤਾ, ਅਤੇ ਕਿਸ ਤਰ੍ਹਾਂ ਵਿਸ਼ਵਾਸ ਕਰਨਗੇ ਜਦੋਂ ਕਿ ਉਹਨਾਂ ਉਸ ਬਾਰੇ ਸੰਦੇਸ਼ ਹੀ ਨਹੀਂ ਸੁਣਿਆ, ਅਤੇ ਕਿਸ ਤਰ੍ਹਾਂ ਸੁਣਨਗੇ ਜਦੋਂ ਤੱਕ ਕੋਈ ਉਹਨਾਂ ਨੂੰ ਸੰਦੇਸ਼ ਹੀ ਨਾ ਸੁਣਾਵੇ। ਆਮੇਨ, ਹਾਲੇਲੂਇਆ। ਉਹਨਾਂ ਨੂੰ ਪਤਾ ਕਿੱਦਾਂ ਲੱਗੂਗਾ ਜੇ ਆਪਾਂ ਉਹਨਾਂ ਨੂੰ ਦੱਸਾਂਗੇ ਹੀ ਨਾ। ਉਹਨਾਂ ਨੂੰ ਜੇ ਉਹਨਾਂ ਦੇ ਕੰਨਾਂ 'ਚ ਇਹ ਵਚਨ ਗਏ ਹੀ ਨਾ ਤਾਂ ਉਹਨਾਂ ਨੂੰ ਪਤਾ ਕਿੱਦਾਂ ਲੱਗੂਗਾ, ਹੈ ਨਾ। ਹੁਣ ਆਪਾਂ ਇੱਕ ਵਾਰੀ ਜਦੋਂ ਆ ਗਏ ਆ ਚਰਚ ਦੇ ਵਿੱਚ, ਆਪਾਂ ਇੱਕ ਵਾਰੀ ਪਰਮੇਸ਼ਰ ਦਾ ਵਚਨ ਸੁਣ ਲਿਆ ਆ, ਆਪਾਂ ਫੁੱਲੀ ਰੈਡੀ ਹੋ ਗਏ ਆ ਕਿ ਆਪਾਂ ਕਿਸੇ ਹੋਰ ਨੂੰ ਜਾ ਕੇ ਦੱਸ ਦਈਏ। ਆਪਾਂ ਹਮੇਸ਼ਾ ਕਹਿੰਦੇ ਆ ਸਭ ਤੋਂ ਵੱਡੀ ਪ੍ਰੀਚਿੰਗ ਆ ਜਿਹੜੀ, ਉਹ ਤੁਹਾਡੀ ਟੈਸਟਮਨੀ ਆ। ਸਭ ਤੋਂ ਵੱਡੀ ਪ੍ਰੀਚਿੰਗ, ਤੇ ਉਹ ਪ੍ਰੀਚਿੰਗ ਤੁਸੀਂ ਇੰਨੇ ਕੌਨਫੀਡੈਂਟਲੀ ਸੁਣਾਓਗੇ ਅਗਲੇ ਨੂੰ, ਕਿਉਂਕਿ ਅਗਲਾ ਮੂਹਰੋਂ ਵੀ ਜੇ ਕਹੂਗਾ ਲੈ ਝੂਠ, ਤੁਸੀਂ ਕਹੋ ਵੀ ਮੇਰੀ ਜ਼ਿੰਦਗੀ ਆ, ਮੈਨੂੰ ਪਤਾ ਆ, ਸੱਚੀ ਆ, ਹੈ ਨਾ। ਆਪਾਂ ਕਿਸੇ ਦੀ ਜ਼ਿੰਦਗੀ ਸੁਣਾਵਾਂਗੇ, ਹੋ ਸਕਦਾ ਅਗਲਾ ਕਹਿ ਦੇਵੇ, ਤੇ ਅਗਲੇ ਦੀ ਜ਼ਿੰਦਗੀ ਆਪਾਂ ਨੂੰ ਵੀ ਡਾਊਟ ਹੋ ਸਕਦਾ ਵੀ ਕਿਤੇ ਝੂਠ ਤਾਂ ਨਹੀਂ। ਪਰ ਤੁਹਾਡੀ ਆਪਣੀ ਜ਼ਿੰਦਗੀ ਜਦੋਂ ਆਪਾਂ ਕਿਸੇ ਨੂੰ ਦੱਸਾਂਗੇ, ਇਹ ਸਭ ਤੋਂ ਵੱਡੀ ਪ੍ਰੀਚਿੰਗ ਆ। ਬੰਦਾ ਕਿਸੇ ਹੋਰ ਨੂੰ ਉਹ ਨਹੀਂ ਦੇ ਸਕਦਾ ਜੋ ਬੰਦੇ ਕੋਲੇ ਆਪ ਨਹੀਂਗਾ, ਹੈ ਨਾ। ਸੋ ਇਹ ਟੈਸਟਮਨੀਆਂ ਨੇ ਜਿਹੜੀਆਂ, ਇਹਦੇ ਨਾਲ ਹੀ ਐਤਕੀ ਆਪਾਂ ਜਿਹੜੀ ਆਪਣੀ ਇਵੈਂਜਲਿਜ਼ਮ ਸਰਵਿਸ, ਜਿਹੜੀ ਆਪਣੀ ਇਵੈਂਜਲਿਜ਼ਮ ਪਾਰਕ 'ਚ ਜਾਂ ਜੋ ਵੀ ਮਿਨਿਸਟਰੀ ਨਾਲ ਕਰਨਾ ਆ, ਆਪਾਂ ਐਤਕੀ ਆਪਣੀ ਟੈਸਟਮਨੀਆਂ ਦੇ ਨਾਲ ਜਾ ਕੇ ਲੋਕਾਂ ਦੀਆਂ ਮਸ਼ਾਲਾਂ ਜਲਾਉਣੀਆਂ ਨੇ। ਮੈਨ ਹਾਲੇਲੂਇਆ। ਸਾਮ ਦਾ, ਇਸ ਤੋਂ ਪਹਿਲਾਂ ਜਦੋਂ ਆਪਾਂ ਦੂਜਿਆਂ ਦੇ ਲਈ ਦੁਆਵਾਂ ਕਰਦੇ ਆ ਤੇ ਜਿਹੜਾ ਬੀ ਆ ਉਹ ਬੋ ਦਿੰਦੇ ਆ, ਇਹ ਗੱਲ ਮੇਰੇ ਦਿਲ ਦੇ ਵਿੱਚ ਆਈ ਸੀਗੀ ਕਿ ਆਪਾਂ ਇਹ ਮੇਕ ਸ਼ੋਰ ਕਰਦੇ ਆ ਕਿ ਆਪਾਂ ਕ੍ਰੈਡਿਟ ਨਹੀਂ ਲੈਣ ਦੇ ਲਈ ਸਭ ਕੁਝ ਕਰ ਰਹੇ, ਹੈ ਨਾ। ਆਪਾਂ ਨੂੰ ਕ੍ਰੈਡਿਟ ਪਰਮੇਸ਼ਵਰ ਨੇ ਹੀ ਦੇਣਾ ਹੈ, ਆਪਾਂ ਨੂੰ ਕਿਸੇ ਨੇ ਨਹੀਂ ਦੇਣਾ ਕ੍ਰੈਡਿਟ, ਹੈ ਨਾ। ਜਦੋਂ ਕੋਈ ਵੇਲਾ ਆਊਗਾ, ਅਗਲਾ ਕਹੂਗਾ ਫਲਾਨੇ ਦੇ ਦਾਦੇ ਨੇ ਮੇਰੇ ਦਾਦੇ ਨੂੰ ਪਰਮੇਸ਼ਵਰ ਦਾ ਵਚਨ ਦੱਸਿਆ ਸੀ, ਹੈ ਨਾ। ਫਲਾਨੇ ਦੇ ਦਾਦੇ ਨੇ ਮੇਰੇ ਦਾਦੇ ਨੂੰ ਪਰਮੇਸ਼ਵਰ ਦਾ ਵਚਨ ਦੱਸਿਆ ਸੀ, ਤੇ ਉਦੋਂ ਤੋਂ ਲੈ ਕੇ ਸਾਡਾ ਸਾਰਾ ਘਰਾਨਾ ਪਰਮੇਸ਼ਵਰ 'ਚ। ਆਮੇਨ। ਦਾਦਾ ਤਾਂ ਗੁਜ਼ਰ ਗਿਆ, ਹੈ ਨਾ, ਪਰ ਉਹਨਾਂ ਨੂੰ ਉਹਦਾ ਰਿਵਾਰਡ ਉੱਥੇ ਮਿਲੂਗਾ, ਰਿਵਾਰਡ ਉਹਨਾਂ ਨੂੰ ਉੱਥੇ ਮਿਲੂਗਾ। ਸੋ ਆਪਾਂ ਆਹ ਨਹੀਂ ਸੋਚ ਕੇ ਕਰਨਾ ਕਿ ਸਾਨੂੰ ਕ੍ਰੈਡਿਟ ਹੋਊਗਾ, ਅੱਜ ਮੈਂ ਕੀਤੀ ਪ੍ਰੇਅਰ ਤੇ ਅੱਜ 10 ਜਾਣੇ ਬਚ ਗਏ, ਪ੍ਰੇਜ਼ ਦਾ ਲੋਰਡ, ਸਾਰੀ ਮਹਿਮਾ ਸਾਰੀ ਗਲੋਰੀ ਪਰਮੇਸ਼ਵਰ ਨੂੰ ਦਿੰਨੇ ਆ, ਪਰ ਕੰਮ ਕਰਨਾ ਆ, ਇਹ ਸਭ ਤੋਂ ਵੱਡੀ ਜਿਹੜੀ ਹੈਗੀ ਆ। ਸਾਮਸ 145:4 ਪੜ੍ਹ ਦਿਓ ਪਲੀਜ਼। ਸਾਮ ਦਾ ਹੋਮਵਰਕ ਹੈਗਾ ਆ 145। ਇਹਨਾਂ ਦਿਨਾਂ ਦੇ ਵਿੱਚ ਮੈਂ ਬਹੁਤ ਪੜ੍ਹ ਰਹੀ ਸੀਗੀ, ਤੇ ਸਾਰੇ 145 ਜਿਹੜਾ ਸਾਮ ਹੈਗਾ ਆ ਉਹ ਜ਼ਰੂਰ ਪੜ੍ਹਿਓ ਸਾਰਾ ਘਰੇ ਜਾ ਕੇ। ਛੋਟਾ ਜਿਹਾ ਹੀ ਆ, ਬਹੁਤਾ ਵੱਡਾ ਨਹੀਂਗਾ, ਪਰ 145:4 ਪੜ੍ਹਦੇ ਆ। ਪੀੜ੍ਹੀਓਂ ਪੀੜ੍ਹੀ ਤੇਰੇ ਕੰਮਾਂ ਦੀ ਚਰਚਾ ਚੱਲੇਗੀ, ਉਹ ਤੇਰੇ ਮਹਾਨ ਕੰਮਾਂ ਦੇ ਬਾਰੇ ਦੱਸਣਗੇ। ਆਮੇਨ। ਪੀੜ੍ਹੀਓਂ ਪੀੜ੍ਹੀ, ਫਲਾਣੇ ਦੇ ਦਾਦੇ ਨੇ ਮੇਰੇ ਦਾਦੇ ਨੂੰ ਦੱਸਿਆ ਸੀ ਪਰਮੇਸ਼ਵਰ ਦਾ ਵਚਨ। ਆਮੇਨ। One generation shall praise your works to another and shall declare your mighty acts. Hallelujah. ਪਰਮੇਸ਼ਵਰ ਦਾ ਧੰਨਵਾਦ ਕਰਦੇ ਆ। ਜਿੱਦਾਂ ਜਿੱਦਾਂ ਪਰਮੇਸ਼ਵਰ ਦਾ ਵਚਨ ਆਪਾਂ ਦੂਜਿਆਂ ਨੂੰ ਦੱਸਦੇ ਆ, ਤੇ ਆਪਾਂ ਨੂੰ ਪਤਾ ਹੈ ਕਿ ਅਗਲੀਆਂ ਜਨਰੇਸ਼ਨਸ ਤੱਕ ਇਹ ਜਿਹੜਾ ਵਚਨ ਹੈਗਾ ਆ ਇਹ ਪਹੁੰਚਦਾ ਜਾਊਗਾ। ਸਭ ਤੋਂ ਜ਼ਰੂਰੀ ਇਹ ਹੈਗਾ ਕਿ ਆਪਾਂ ਧਿਆਨ ਰੱਖੀਏ ਜਦੋਂ ਆਪਾਂ ਕਿਸੇ ਨੂੰ ਪਰਮੇਸ਼ਵਰ ਦਾ ਵਚਨ ਦੱਸ ਰਹੇ ਆ ਕਿ ਪਰਮੇਸ਼ਵਰ ਯਿਸੂ ਮਸੀਹ ਜੀ ਵਿੱਚੋਂ ਝਲਕਣੇ ਚਾਹੀਦੇ ਨੇ, ਪਰਮੇਸ਼ਵਰ ਯਿਸੂ ਮਸੀਹ ਜੀ ਦਿਖਣੇ ਚਾਹੀਦੇ ਨੇ, ਆਪਣਾ ਆਪ ਨਹੀਂ ਦਿਖਣਾ ਚਾਹੀਦਾ। ਬੰਦਾ ਕਹੇ ਮੈਂ ਪਿੱਛੇ ਲੁਕਦਾ ਆ ਪਰਮੇਸ਼ਵਰ ਦੇ, ਪਰਮੇਸ਼ਵਰ ਦੀ ਮਹਿਮਾ ਹੋਣੀ ਚਾਹੀਦੀ ਆ, ਪਰਮੇਸ਼ਵਰ ਅਗਲੇ ਨੂੰ ਦਿਸਣਾ ਚਾਹੀਦਾ ਆ, ਤਾਂ ਹੀ ਕੰਮ ਹੋਣਗੇ। ਆਪਾਂ ਕੀ ਆ, ਆਪਾਂ ਕੀ ਕਰ ਸਕਦੇ, ਆਪਾਂ ਤਾਂ ਕੁਝ ਨਹੀਂ ਕਰ ਸਕਦੇ। ਪਰਮੇਸ਼ਵਰ ਯਿਸੂ ਮਸੀਹ ਜੀ ਹੀ ਨੇ ਜਿਨ੍ਹਾਂ ਨੇ ਉਹ ਪਵਿੱਤਰ ਆਤਮਾ ਭੇਜਿਆ, ਜਿਨ੍ਹਾਂ ਦੇ ਪਵਿੱਤਰ ਆਤਮਾ ਨੇ ਇੱਕ ਇੱਕ ਦਿਲ ਨੂੰ ਛੂਹਣਾ ਆ। ਤੁਸੀਂ ਫਿਕਰ ਨਾ ਕਰੋ, ਨਵੇਂ ਮਸੀਹੀ ਹੋ ਪੁਰਾਣੇ ਹੋ ਜਾ ਕੇ ਕੰਮ ਸ਼ੁਰੂ ਕਰੋ, ਰਿਜ਼ਲਟ ਦੀ ਫਿਕਰ ਨਾ ਕਰੋ, ਉਹ ਆਪੇ ਪਵਿੱਤਰ ਆਤਮਾ ਨੇ ਆਪੇ ਤੁਹਾਡੇ ਮੂਹਰੇ ਲੈ ਕੇ ਆਊਗਾ ਬਾਅਦ ਦੇ ਵਿੱਚ। ਆਮੇਨ। ਤੇ ਇਹ ਧਿਆਨ ਰਹੇ ਕਿ ਹਰ ਵੇਲੇ ਜਦੋਂ ਆਪਾਂ ਪਰਮੇਸ਼ਰ ਦਾ ਵਚਨ ਦੱਸਦੇ ਆ, ਪਹਿਲਾਂ ਆਪਾਂ ਪਵਿੱਤਰ ਆਤਮਾ ਜੀ ਨੂੰ ਐਕਨੋਲੇਜ ਕਰੀਏ, ਹੈ ਨਾ। ਆਪਾਂ ਆਪਣੇ ਜ਼ੋਰ ਨਾਲ ਨਹੀਂ ਜਾਣਾ ਦੱਸਣ, ਆਪਾਂ ਐਕਨੋਲੇਜ ਕਰੀਏ, ਹੋਲੀ ਸਪਿਰਿਟ ਆਈ ਐਮ ਗੋਇੰਗ ਟੂ ਟੈਲ ਦ ਵਰਡ ਟੂ ਸੋ ਐਂਡ ਸੋ ਪਰਸਨ, ਬੈਕ ਮੀ ਅਪ। ਆਮੇਨ। ਹਾਲੇਲੂਇਆ। ਉਦੋਂ ਕੰਮ ਹੋਣਗੇ ਜਦੋਂ ਆਏ ਹੋਊਗਾ। ਹਾਲੇਲੂਇਆ। ਕਿਉਂਕਿ ਉਹ ਆਪਣਾ ਗਾਈਡ ਆ, ਉਹ ਆਪਾਂ ਨੂੰ ਦੱਸਦਾ ਆ ਵੀ ਕੀ ਕਰਨਾ ਆ। ਤੇ ਧਿਆਨ ਰਹੇ ਕਿ ਇਹ ਆਪਣੀ ਸਟ੍ਰੈਟਜੀਜ਼ ਨਾਲ ਨਹੀਂ, ਆਪਣੇ ਜਿੱਦਾਂ ਕਹਿ ਲਓ ਵੀ ਸਮਝ ਜਾਂ ਅਕਲ, ਇੰਟੈਲੀਜੈਂਸ, ਨੌਲੇਜ ਨਾਲ ਨਹੀਂ, ਬਲਕਿ ਇਹ ਪਰਮੇਸ਼ਵਰ ਦੇ ਰੂਹ ਦੇ ਨਾਲ ਕੰਮ ਹੋਣੇ ਨੇ। ਆਮੇਨ। ਹਾਲੇਲੂਇਆ। ਇਟਸ ਨਾਟ ਬਾਈ ਮਾਈਟ ਔਰ ਪਾਵਰ ਬਟ ਇਟਸ ਵਿਦ ਦਾ ਸਪਿਰਿਟ ਆਫ ਦਾ ਲੋਰਡ। ਹਾਲੇਲੂਇਆ।
ਧੰਨਵਾਦ ਕਰਦੇ ਹਾਂ ਪਰਮੇਸ਼ਵਰ ਦਾ। ਬੋਲਡਨੈਸ ਦੇ ਵਿੱਚ ਜਾਈਏ ਤੇ ਜਾ ਕੇ ਪਰਮੇਸ਼ਵਰ ਦਾ ਵਚਨ ਦੱਸੀਏ ਦੂਜਿਆਂ ਨੂੰ। ਹਾਂ, ਜੇ ਉਹ ਤੁਹਾਡੇ ਜਾਣ ਪਛਾਣ ਵਾਲੇ ਨੇ ਜਿਨ੍ਹਾਂ ਨੂੰ ਤੁਸੀਂ ਵਚਨ ਦੱਸ ਰਹੇ ਹੋ ਤਾਂ ਮੇਕ ਸ਼ੋਰ ਕਰੋ, ਫੋਲੋ ਅਪ ਕਰੋ, ਹੈ ਨਾ। ਥੋੜਾ ਜਿਹਾ ਇੱਕ ਵਾਰੀ ਦੱਸ ਕੇ ਨਾ ਛੱਡ ਦਿਓ। ਜੇ ਪਾਰਕ 'ਚ ਕੋਈ ਮਿਲਿਆ ਅੱਡ ਗੱਲ ਆ, ਪਰ ਜੇ ਕੋਈ ਪਾਰਕ 'ਚ ਵੀ ਮਿਲਦਾ ਆ ਉਹਨੂੰ ਆਪਾਂ ਕਹੀਏ ਭਰਾ ਜੇ ਤੇਰਾ ਕੋਈ ਹੋਰ ਕੁਐਸਚਨ ਹੋਵੇ ਤੂੰ ਮੇਰਾ ਫੋਨ ਨੰਬਰ ਲੈ ਲਾ, ਕਿਉਂਕਿ ਕਈ ਵਾਰੀ ਉਹ ਨਹੀਂ ਫੋਨ ਨੰਬਰ ਦੇਣਗੇ, ਤੂੰ ਮੇਰਾ ਫੋਨ ਨੰਬਰ ਲੈ ਲਾ, ਜਦੋਂ ਮਰਜ਼ੀ ਮੈਨੂੰ ਕਾਲ ਕਰ ਲਈ ਜੇ ਤੇਰਾ ਕੋਈ ਕੁਐਸਚਨ ਹੋਊਗਾ। 100% ਕੋਈ ਨਾ ਕੋਈ ਟਾਈਮ ਇਹੋ ਜਿਹਾ ਆਊਗਾ ਜਦੋਂ ਉਹ ਬੰਦਾ ਲੋੜਵੰਦ ਹੋਊਗਾ ਰੂਹਾਨੀ ਤੌਰ ਤੇ, ਉਹ ਤੁਹਾਨੂੰ ਕਾਲ ਕਰੂਗਾ, ਉਹ ਤੁਹਾਨੂੰ ਕਾਲ ਕਰੂਗਾ, ਕਿਉਂਕਿ ਜਿਹੜਾ ਇੱਕ ਪਵਿੱਤਰ ਆਤਮਾ ਦਾ ਬੀ ਤੁਸੀਂ ਉਹਦੇ ਦਿਲ ਦੇ ਵਿੱਚ ਬੋਏ ਆਏ ਹੋ ਨਾ, ਉਹ ਹਲਚਲ ਕਰੇ ਬਿਨਾਂ ਨਹੀਂ ਰਹਿੰਦਾ, ਹਲਚਲ ਕਰੇ ਬਿਨਾਂ ਨਹੀਂ ਰਹਿੰਦਾ। ਸੋ ਉਹ ਬੰਦਾ ਤੁਹਾਨੂੰ ਕਾਲ ਕਰੂਗਾ, ਉਦੋਂ ਅੱਗੇ ਦੀ ਅੱਗੇ ਪਰਮੇਸ਼ਵਰ ਤੁਹਾਨੂੰ ਸਿਖਾਊਗਾ ਕੀ ਕਰਨਾ ਹੈ। ਹਾਲੇਲੂਇਆ। ਲੈਗੇਸੀ ਜੋ ਵੀ ਕੁਛ ਅਮਰ ਕਥਾ ਬਣਾ ਦਈਏ ਆਪਾਂ, ਕੁਛ ਇਹੋ ਜਿਹਾ ਕਰ ਜਾਈਏ ਆਪਣੀ ਜ਼ਿੰਦਗੀ ਦੇ ਵਿੱਚ ਕਿ ਸਾਡੇ ਜਾਣ ਤੋਂ ਬਾਅਦ ਵੀ ਸਾਨੂੰ ਲੋਕ ਯਾਦ ਕਰਨ, ਸਾਨੂੰ ਜਾਣ ਤੋਂ ਬਾਅਦ ਵੀ ਲੋਕ ਸਾਡੀਆਂ ਗੱਲਾਂ ਕਰਨ। ਮੇਰੇ ਡੈਡੀ 25 ਸਾਲ ਜਿਹੜੇ ਉਹ ਪਰਮੇਸ਼ਵਰ 'ਚ ਰਹੇ, ਪਾਵਰਫੁਲ ਟੈਸਟਮਨੀ ਉਹਨਾਂ ਦੀ ਪਰਮੇਸ਼ਵਰ ਦੇ ਵਿੱਚ ਆ ਕੇ। ਉਹਨਾਂ ਨੇ ਇੰਨੀਆਂ ਦੁਆਵਾਂ ਕੀਤੀਆਂ, ਉਹਨਾਂ ਨੇ ਇੰਨਾ ਜਿੱਦਾਂ ਕਹਿ ਲਓ ਵੀ ਵਚਨ ਉਹਨਾਂ ਦੇ ਅੰਦਰ। ਤੇ ਇੱਕ ਵਾਰੀ ਤਾਂ ਮਤਲਬ ਵੀ ਇਹ ਇਸ ਵੇਲੇ ਨਹੀਂ ਗਾ, ਪਰ ਫਿਰ ਕਿਸੇ ਦਿਨ ਸ਼ੇਅਰ ਕਰਾਂਗੇ ਕਿ ਪਰਮੇਸ਼ਵਰ ਉਹਨਾਂ ਨੂੰ ਸਵਰਗ ਦੇ ਵਿੱਚ ਲੈ ਗਿਆ ਸੀ। ਪਰਮੇਸ਼ਵਰ ਉਹਨਾਂ ਨੂੰ ਸਵਰਗ ਤੋਂ ਮੁੜ ਕੇ ਆਏ ਨੇ। ਉੱਥੇ ਕਿਸੇ ਦੂਤ ਨੇ ਉਹਨਾਂ ਨੂੰ ਦੱਸਿਆ ਵੀ ਨਹੀਂ ਬਈ ਤੇਰਾ ਹਜੇ ਟਾਈਮ ਨਹੀਂ ਗਾ, ਉੱਥੋਂ ਮੁੜ ਕੇ ਆਏ ਉਹ, ਹੈ ਨਾ। ਫਿਰ ਕਿਸੇ ਦਿਨ ਡਿਟੇਲ 'ਚ ਸਾਂਝੀ ਕਰਾਂਗੇ। ਪਰ ਦੇਖੋ ਪਰਮੇਸ਼ਵਰ ਦੇ ਵਿੱਚ ਹੁਣ ਸਾਨੂੰ, ਹਾਂ ਬਿਲਕੁਲ ਆਫ ਕੋਰਸ ਦੁੱਖ ਹੁੰਦਾ ਆ ਵੀ ਡੈਡੀ ਨਹੀਂ ਗਏ ਸਾਡੇ ਨਾਲ ਹੁਣ, ਹੈ ਨਾ, ਪਰ ਪੂਰੀ ਤਸੱਲੀ ਆ ਵੀ ਜਿੱਥੇ ਹੈਗੇ ਨੇ ਖੁਸ਼ ਨੇ, ਹੈ ਨਾ। ਜਦੋਂ ਕਿਤੇ ਜਾਵਾਂਗੇ ਉਹਨਾਂ ਨੂੰ ਉੱਥੇ ਮਿਲਾਂਗੇ, ਹੈ ਨਾ। ਤੇ ਇਹ ਵੀ ਵੱਡੀ ਗੱਲ ਆ, ਜੇ ਆਪਾਂ ਆਪਣੇ ਬਜ਼ੁਰਗਾਂ ਨੂੰ ਆਪਾਂ ਮਿਲਣਾ ਚਾਹੁੰਦੇ ਆ ਦੁਬਾਰਾ, ਆਪਣੇ ਬਜ਼ੁਰਗਾਂ ਨੂੰ ਦੱਸੀਏ ਕਿ ਇੱਕੋ ਹੀ ਰਾਹ ਆ ਜਿਹੜਾ ਉੱਥੇ ਲੈ ਕੇ ਜਾਂਦਾ ਆ। ਮੈਂ ਕਿ ਦਿਲ ਖੋਲੋ ਤੇ ਪਰਮੇਸ਼ਵਰ ਯਿਸੂ ਮਸੀਹ ਜੀ ਨੂੰ ਆਪਣੇ ਦਿਲ ਦੇ ਵਿੱਚ ਸਵੀਕਾਰ ਕਰੋ। ਹਾਲੇਲੂਇਆ, ਹਾਲੇਲੂਇਆ। ਜਿਹੜੀ ਲੈਗੇਸੀ ਆ, ਅਮਰ ਕਥਾ ਆ, ਇਹ ਜਿਹੜੇ ਪੁਰਾਣੇ ਪ੍ਰਚਾਰਕ ਹੋਏ ਨੇ ਜਿੱਦਾਂ ਕਹ ਲਓ ਸਮਿਥ ਵਿਗਲਸਵਰਥ ਹੋ ਗਏ ਜਾਂ ਕੈਥਰੀਨ ਕੁਲਮਨ ਹੋ ਗਏ, ਇਹਨਾਂ ਦੀ ਇਹ ਇੱਕ ਅਮਰ ਕਥਾ ਹੋ ਗਈ ਹੈ। ਕਿਉਂਕਿ ਅੱਜ ਵੀ ਜਦੋਂ ਆਪਾਂ ਇਹਨਾਂ ਦਾ ਵੀਡੀਓ ਸੁਣਦੇ ਆ ਜਾਂ ਦੇਖਦੇ ਆ, ਉਹ ਜਿਹੜਾ ਪਵਿੱਤਰ ਆਤਮਾ ਦੀ ਹਲਚਲ ਆ ਆਪਾਂ ਫੀਲ ਕਰਦੇ ਆ, ਅਨੋਇੰਟਿੰਗ ਪਵਿੱਤਰ ਆਤਮਾ ਦੀ ਉਸੇ ਵੇਲੇ ਕਿ ਸਾਡੇ ਵੀ ਜਿਹੜੇ ਬੋਲ ਨੇ ਇਹ ਨਵੀਂ ਜਨਰੇਸ਼ਨ ਇੱਦਾਂ ਹੀ ਫੀਲ ਕਰੇ ਕਿ ਅਸੀਂ ਵੀ ਉਹ ਫਲਾਣੇ ਨੇ ਪ੍ਰਚਾਰ ਕੀਤਾ ਸੀ, ਫਲਾਣੇ ਨੇ ਮੇਰੇ ਤੇ ਪ੍ਰੇਅਰ ਕੀਤੀ ਸੀਗੀ। ਜਦੋਂ ਆਪਾਂ ਆਪਣਾ ਫਰਸਟ ਲਵ ਯਾਦ ਕਰਦੇ ਆ, ਪਹਿਲਾ ਪਿਆਰ ਜਿਹੜਾ ਪਰਮੇਸ਼ਵਰ 'ਚ ਸੀਗਾ, ਜਦੋਂ ਆਪਾਂ ਉਹ ਯਾਦ ਕਰਦੇ ਹਾਂ, 30 ਸਾਲ ਪਹਿਲਾਂ ਦੀ ਗੱਲ ਆ, ਉਦੋਂ ਹੀ ਅੰਦਰ ਹਲਚਲ ਮਚ ਜਾਂਦੀ ਆ। ਪਾਸਟਰ ਜੀ ਕਹਿੰਦੇ ਹੁੰਦੇ ਨੇ ਅਕਸਰ ਯਾਦ ਕਰੋ ਆਪਣਾ ਪਹਿਲਾ ਪਿਆਰ, ਅਕਸਰ ਯਾਦ ਕਰੋ ਵੀ ਉਦੋਂ ਕੀ ਹੋਇਆ ਸੀ ਜਦੋਂ ਤੁਸੀਂ ਪਹਿਲੇ ਦਿਨ ਪਰਮੇਸ਼ਵਰ 'ਚ ਆਏ ਸੀ, ਅਕਸਰ ਯਾਦ ਕਰੋ ਵੀ ਕਿਵੇਂ ਪਰਮੇਸ਼ਵਰ ਨੇ ਤੁਹਾਨੂੰ ਛੂਹਿਆ ਸੀ, ਹੈ ਨਾ। ਉਹ ਪਰਮੇਸ਼ਵਰ ਇੰਨੇ ਕੰਮ ਕਰਦਾ। ਜਦੋਂ ਪਾਸਟਰ ਜੀ ਫਿਰ ਬਾਅਦ ਦੇ ਵਿੱਚ ਅਸੀਂ ਜਦੋਂ ਡੈਡੀ ਪੂਰੇ ਪਰਮੇਸ਼ਵਰ 'ਚ ਆ ਗਏ, ਠੀਕ ਹੋ ਗਏ, ਅਸੀਂ ਕਿੱਥੇ ਜਾਂਦੇ ਸੀਗੇ ਪਰਮੇਸ਼ਵਰ ਦਾ ਵਚਨ, ਅਸੀਂ ਜੇਲ੍ਹ 'ਚ ਜਾਂਦੇ ਸੀ, ਜੇਲ੍ਹ 'ਚ ਜਾ ਕੇ ਅਸੀਂ ਪਰਮੇਸ਼ਵਰ ਦਾ ਪ੍ਰਚਾਰ ਕਰਦੇ ਸੀਗੇ। ਮੈਂ ਵੀ ਪਿੱਛੇ ਹੀ ਪਾਸਟਰ ਜੀ ਦੇ ਨਾਲ ਹੀ ਉੱਥੇ ਰਾਤ ਓਵਰਨਾਈਟ, ਕਿੰਨੀਆਂ ਰਾਤਾਂ ਅਸੀਂ ਜੇਲ੍ਹ 'ਚ ਓਵਰਨਾਈਟ ਕੱਟੀਆਂ ਨੇ। ਤੇ ਸਪੈਸ਼ਲੀ ਜਦੋਂ ਮਤਲਬ ਵੀ ਜਿਹੜੇ ਯੰਗ ਬੱਚੇ ਨੇ, ਦਿਸ ਇਜ਼ ਅ ਬਿਗ ਓਪਰਚੁਨਿਟੀ ਫॉर ਯੂ ਵੈਨ ਯੂ ਆਰ ਯੰਗ। ਜਦੋਂ ਸਿੰਗਲ ਹੋ ਬਹੁਤ ਪਰਮੇਸ਼ਵਰ ਕੰਮ ਲੈਂਦਾ ਹੈ, ਕਿਉਂਕਿ ਜਦੋਂ ਵਿਆਹ ਹੋ ਜਾਂਦਾ ਹੈ ਚੀਜ਼ਾਂ ਬਦਲਦੀਆਂ ਨੇ, ਹੈ ਨਾ। ਪਰ ਜਦੋਂ ਜਿਹੜੇ ਯੰਗ ਨੇ, ਤੁਸੀਂ ਜਿੱਦਾਂ ਕਹਿ ਲਓ ਵੀ ਪੂਰੀ ਤਰ੍ਹਾਂ ਦੇ ਨਾਲ ਟੁੱਟ ਕੇ ਪੈ ਜਾਓ, ਦਿਸ ਇਜ਼ ਦਾ ਟਾਈਮ, ਹੈ ਨਾ, ਕਿ ਕਿੱਦਾਂ ਪਰਮੇਸ਼ਵਰ ਉਹ ਜੇਲ੍ਹ ਦੇ ਲੋਕਾਂ ਨੂੰ ਕੀ ਨਹੀਂ ਦੱਸਣਾ ਆ ਪਰਮੇਸ਼ਵਰ ਦਾ ਵਚਨ। ਜਾਓ ਜਾ ਕੇ ਦੱਸੋ ਉਹਨਾਂ ਨੂੰ ਪਰਮੇਸ਼ਵਰ ਦਾ ਵਚਨ, ਤੇ ਰਿਜ਼ਲਟ ਦੀ ਫਿਕਰ ਨਾ ਕਰੋ ਉੱਥੇ ਜਾ ਕੇ। ਮੈਨ ਹਾਲੇਲੂਇਆ। ਆਪਾਂ ਇਹ ਜਿਹੜੀ ਅਮਰ ਕਥਾ ਦੀ ਗੱਲ ਹੈਗੀ ਇਹ ਆਪਾਂ ਇਦਾਂ ਕਰਦੇ। ਤੇ ਇਸ ਤੋਂ ਬਾਅਦ ਜਦੋਂ ਆਪਾਂ ਬਾਈਬਲ ਪੜ੍ਹਦੇ ਆ, ਇਹ ਲੂਕ ਦਾ 24:32 ਆਪਾਂ ਇੱਥੇ ਫਿਨਿਸ਼ ਕਰਦੇ ਆ ਕਿਉਂਕਿ ਟਾਈਮ ਹੋ ਗਿਆ ਹੈਗਾ ਆ, ਭਾਵੇਂ ਥੋੜਾ ਹੈਗਾ ਵੀ ਆ, ਪਰ ਦੈਟਸ ਓਕੇ। ਦਾ ਮੇਨ ਪੁਆਇੰਟ ਜਿਹੜਾ ਹੈਗਾ ਆ ਕਿ ਆਪਾਂ ਜਿਹੜਾ ਟੈਸਟਮਨੀਆਂ ਨੇ, ਸਪੀਕਿੰਗ ਟੈਸਟਮਨੀ ਆਪਾਂ ਹਰ ਥਾਂ ਤੇ ਦੇਣੀ ਆ, ਲਿਵਿੰਗ ਟੈਸਟਮਨੀ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਆ। ਕੀ ਬੋਲਦੇ ਆ, ਕਦੋਂ ਬੋਲਦੇ ਆ, ਧਿਆਨ ਰੱਖਣਾ। ਇਹ ਨਹੀਂ ਵੀ ਉਹ ਦੇਖ ਰਿਹਾ ਵੀ ਮੈਂ ਆਏ ਨਾ ਬੋਲਾਂ, ਨਾ ਉਹ ਦੇਖ ਰਿਹਾ ਆ ਮੈਂ ਆਏ ਬੋਲਾਂ ਕਿ ਨਾ। ਇਹ ਸਭ ਤੋਂ ਅਮਰ ਕਥਾ ਕਿ ਆਪਾਂ ਕੁਛ ਇਹੋ ਜਿਹਾ ਕਰ ਜਾਈਏ ਪਰਮੇਸ਼ਵਰ ਦੇ ਵਿੱਚ ਕਿ ਆਉਣ ਵਾਲੀਆਂ ਜਨਰੇਸ਼ਨਸ ਆਪਾਂ ਨੂੰ ਯਾਦ ਰੱਖਣ। ਮੈਨ ਹਾਲੇਲੂਇਆ। ਜਦੋਂ ਪਰਮੇਸ਼ਵਰ ਦੀਆਂ ਗੱਲਾਂ ਕਰਦੇ ਆ, ਜਦੋਂ ਮੈਂ ਕਹਿੰਦੀ ਸੀ, ਜਦੋਂ ਮੈਂ ਆਹ ਮੈਸੇਜ ਲਿਖ ਰਹੀ ਸੀਗੀ, ਉਦੋਂ
ਅੱਗ ਜੀ ਲੱਗ ਰਹੀ ਸੀਗੀ, ਜਿੱਦਾਂ ਕਹਿ ਲਓ ਮੇਰੇ ਅੰਦਰ, ਹੈ ਨਾ। ਤੇ ਇਹ ਆਪਾਂ ਇੱਕ ਵਾਰੀ ਪੜ੍ਹ ਦਈਏ, ਲੂਕ ਦਾ 24 ਦਾ 32, ਇਹ ਵਰਸ ਦੇ ਨਾਲ ਆਪਾਂ ਖਤਮ ਕਰਦੇ ਹਾਂ। ਹਾਲੇਲੂਇਆ। ਇਸ ਉੱਤੇ ਉਹ ਆਪੋ ਵਿੱਚ ਕਹਿਣ ਲੱਗੇ ਕਿ ਜਦੋਂ ਉਹ ਰਾਹ ਵਿੱਚ ਸਾਨੂੰ ਧਰਮ ਗ੍ਰੰਥ ਦੀਆਂ ਗੱਲਾਂ ਸਮਝਾ ਰਹੇ ਸਨ ਤਾਂ ਸਾਡੇ ਦਿਲ ਉਸ ਵੇਲੇ ਉਬਾਲੇ ਨਹੀਂ ਖਾ ਰਹੇ ਸਨ। ਹਾਲੇਲੂਇਆ, ਵਾਓ। ਰਾਹ ਦੇ ਵਿੱਚ ਜਦੋਂ ਉਹ ਧਰਮ ਗ੍ਰੰਥ ਦੀਆਂ ਗੱਲਾਂ, ਪ੍ਰਭੂ ਯਿਸੂ ਮਸੀਹ ਜੀ ਜਿਹੜੇ ਉਹ 2 ਜਾਣੇ ਤੁਰੇ ਜਾ ਰਹੇ ਸੀ, ਉਹਨਾਂ ਨੂੰ ਫਿਰ ਜਦੋਂ ਉਹਨਾਂ ਦੀਆਂ ਅੱਖਾਂ ਖੁੱਲੀਆਂ, ਉਹ ਕਹਿੰਦੇ ਸਾਡੇ ਅੰਦਰ ਉਬਾਲੇ ਨਹੀਂ, ਅੱਗ ਨਹੀਂ ਸੀ ਲੱਗ ਗਈ। ਜਦੋਂ ਪਵਿੱਤਰ ਆਤਮਾ, ਜਦੋਂ ਪਰਮੇਸ਼ਰ ਯਿਸੂ ਮਸੀਹ ਜੀ ਹਿਮਸੈਲਫ ਸਾਡੇ ਨਾਲ ਤੁਰੇ ਜਾ ਰਹੇ ਸੀ, ਸਾਡੇ ਅੰਦਰ ਉਬਾਲੇ ਆ ਰਹੇ ਸੀਗੇ। ਉਹੀ ਆਪਾਂ ਨੂੰ ਹੁਣ ਵੀ ਹੁੰਦਾ ਆ, ਆਪਣੇ ਅੰਦਰ ਉਬਾਲੇ ਆਉਂਦੇ ਨੇ ਜਦੋਂ ਆਪਾਂ ਪਵਿੱਤਰ ਆਤਮਾ ਦੀ ਗੱਲ ਕਰਦੇ ਆ। ਚੱਖ ਕੇ ਦੇਖੋ ਪਰਮੇਸ਼ਵਰ ਭਲਾ ਆ, ਆਮੇਨ। ਚੱਖ ਕੇ ਦੇਖੋ, ਜੇ ਹਜੇ ਤੁਸੀਂ ਇਹ ਸਭ ਕੁਝ ਨਹੀਂ ਕੀਤਾ ਨਾ, ਕਰਕੇ ਦੇਖੋ ਤੇ ਤੁਸੀਂ ਦੇਖੋਗੇ ਕਿ ਕਿੱਦਾਂ ਪਰਮੇਸ਼ਵਰ ਇੱਕ ਜਾਣੇ ਨੂੰ ਯੂਜ਼ ਕਰੂਗਾ ਆਪਣੀ ਗਲੋਰੀ ਦੇ ਲਈ, ਤੇ ਵੱਡੇ ਕੰਮ ਕਰੂਗਾ। ਹੋਰ ਪਰਮੇਸ਼ਵਰ ਕਹਿੰਦਾ ਮੇਰੇ ਤੋਂ ਵੀ ਵੱਡੇ ਕੰਮ ਕਰੋਗੇ, ਤੇ ਉਹ ਵੱਡੇ ਕੰਮ ਕਰਾਉਣ ਲਈ ਆਪਾਂ ਤੋਂ ਪਰਮੇਸ਼ਵਰ ਤਿਆਰ ਹੈ ਨਾ। ਮੈਂ ਆਪਾਂ ਇੱਥੇ ਖੜੇ ਹੁੰਨੇ ਆ ਤੇ ਦੁਆ ਕਰਦੇ ਆ ਕਿ ਪਰਮੇਸ਼ਵਰ ਉਹ ਜਿਹੜੀ ਅੱਗ ਸਾਡੇ ਅੰਦਰ ਲਾਈ ਆ ਪਰਮੇਸ਼ਵਰ ਨੇ, ਉਹ ਅੱਗ ਵੱਧਦੀ ਜਾਵੇ ਤੇ ਸਾਨੂੰ ਪਰਮੇਸ਼ਵਰ ਤਿਆਰ ਕਰੇ ਕਿ ਸਾਡੀ ਮਸ਼ਾਲ ਆ ਜਿਹੜੀ ਉਹ ਕਦੇ ਨਾ ਬੁਝੇ, ਤੇ ਸਾਨੂੰ ਪਰਮੇਸ਼ਵਰ ਤਿਆਰ ਕਰੇ ਕਿ ਅਸੀਂ ਦੂਜਿਆਂ ਦੀ ਮਸ਼ਾਲ ਨੂੰ ਵੀ ਬੁਝਣ ਨਾ ਦਈਏ। ਇਹ ਸਭ ਤੋਂ ਵੱਡੀ ਜਿਹੜੀ ਕਮਾਂਡਮੈਂਟ ਆ ਪਰਮੇਸ਼ਵਰ ਜੀ, ਕਿ ਦੂਜਿਆਂ ਨੂੰ ਵੀ ਜਾ ਕੇ ਪਰਮੇਸ਼ਵਰ ਦਾ ਬਚਨ ਦੱਸੋ। ਹਾਲੇਲੂਇਆ, 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 ਹਾਲੇਲੂਇਆ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਆਪਣੇ ਹੱਥ ਖੜੇ ਕਰੀਏ ਤੇ ਪਰਮੇਸ਼ਵਰ ਨੂੰ ਕਰੀਏ, ਪਰਮੇਸ਼ਵਰ ਆਈ ਸਰੈਂਡਰ ਇਟ ਆਲ, ਆਈ ਸਰੈਂਡਰ ਇਟ ਆਲ। ਸਭ ਕੁਝ ਤੇਰੇ ਹੱਥ ਦੇ ਵਿੱਚ ਮੈਂ ਦਿੰਨਾ ਆ, ਮੈਂ ਦਿੰਨੀ ਆ ਪਿਤਾ ਪਰਮੇਸ਼ਵਰ, ਸਭ ਕੁਝ ਪਿਤਾ ਪਰਮੇਸ਼ਵਰ। ਸਾਡੀਆਂ ਟੈਸਟਮਨੀਆਂ ਨੂੰ ਤੂੰ ਯੂਜ਼ ਕਰ ਪਿਤਾ ਪਰਮੇਸ਼ਵਰ, ਅਸੀਂ ਤੇਰੇ ਹੱਥ ਦੇ ਵਿੱਚ ਦਿੰਨੇ ਆ।